ਉੱਚੀ ਜਾਤ ਦਾ ਗੁਮਾਨ ਕਰਕੇ ਪੰਡਤਾਂ ਨੇ ਧੱਕੇ ਮਾਰੇ ਨਾਮਦੇਵ ਨੂੰ। ਜਾਤ ਦਾ ਗੁਮਾਨ ਕਰਕੇ ਪੰਡਤਾਂ ਨੇ ਧੱਕੇ ਮਾਰੇ ਨਾਮਦੇਵ ਨੂੰ। ਜਾਤ ਦਾ ਗੁਮਾਨ ਕਰਕੇ ਪੰਡਤਾਂ ਨੇ, ਗੁਮਾਨ ਕਰਕੇ ਪੰਡਤਾਂ ਨੇ ਧੱਕੇ ਮਾਰੇ ਨਾਮਦੇਵ ਨੂੰ। ਉੱਚੀ ਜਾਤ ਦਾ ਗੁਮਾਨ ਕਰਕੇ ਪੰਡਤਾਂ ਨੇ ਧੱਕੇ ਮਾਰੇ ਨਾਮਦੇਵ ਨੂੰ। ਧੱਕੇ ਮਾਰੇ ਜੀ ਨਾਮਦੇਵ ਨੂੰ, ਧੱਕੇ ਮਾਰੇ ਜੀ ਨਾਮਦੇਵ ਨੂੰ। ਜਾਤ ਦਾ ਗੁਮਾਨ ਕਰਕੇ ਪੰਡਤਾਂ ਨੇ, ਗੁਮਾਨ ਕਰਕੇ ਪੰਡਤਾਂ ਨੇ ਧੱਕੇ ਮਾਰੇ ਨਾਮਦੇਵ ਨੂੰ। ਉੱਚੀ ਜਾਤ ਦਾ ਗੁਮਾਨ ਕਰਕੇ ਪੰਡਤਾਂ ਨੇ ਧੱਕੇ ਮਾਰੇ ਨਾਮਦੇਵ ਨੂੰ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਦਿਓ ਮੁਖ ਲਾਇਆ। ਕਰੋ ਗੁਰਦੇਵ ਕੋ ਬੰਧਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਤਰੋ ਚਰਣਾ ਪਰ ਜਾਉ ਸਦਾ, ਗੁਰ ਕੋ ਬਲਿਹਾਰੀ। ਕਾਨ ਸੁਨੇ ਪਮਾ ਗੁਰ ਕੀ ਗੁਰ ਮੂਰਤ ਧਿਆਨ, ਹਿਰਦੈ ਮੈਂ ਤਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਸੇਵਕ ਸ਼ਰਨ ਗਈ ਦਰਬਾਰੀ। ਆਦ ਨਿਰੰਜਨ ਹੈ ਗੁਰੂ ਨਾਨਕ ਤਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਵਿਦ, ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਬੰਦ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਜੀ। ਮਹਾ ਬਿਖਮ ਤਬ ਘਾਲਿਓ ਤਾਹੂ, ਤੀਰ ਸਰਸਵਤੀ ਕੇਰ ਪਰਵਾਹੂ। ਮਹਾ ਬਿਖਮ ਤਬ ਘਾਲਿਓ ਤਾਹੂ, ਤੀਰ ਸਰਸਵਤੀ ਕੇਰ ਪਰਵਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ,
ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰ ਕੀ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਨਿਵਾਸ ਰੱਖਦੇ ਹਨ ਅਤੇ ਸਤਿਗੁਰੂ ਮਹਾਰਾਜ ਜੀਆਂ ਨੇ ਦੇਖਣਾ ਕੀਤਾ ਕਿ ਸਨਾਤਨ ਮਤ ਦੇ ਜਿਹੜੇ ਵੱਡੇ ਵੱਡੇ ਤੀਰਥ ਮੰਨੇ ਜਾਂਦੇ ਹਨ, ਇਹਨਾਂ ਤੀਰਥਾਂ ਦੇ ਅਭਿਮਾਨੀ ਦੇਵਤਾ ਉਹ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ ਕਿ ਸੱਚੇ ਪਾਤਸ਼ਾਹ ਕਦੇ ਇਸ ਅਸਥਾਨ 'ਤੇ ਵੀ ਆ ਕੇ ਚਰਨ ਪਾਓ ਅਤੇ ਸਾਡਾ ਭਲਾ ਕਰੋ, ਕਿਉਂਕਿ ਕਲਯੁਗ ਦੇ ਸਮੇਂ ਦੇ ਵਿੱਚ ਕਲਯੁਗੀ ਜੀਵਾਂ ਦੇ ਮਨ ਪਾਪਾਂ ਰੂਪੀ ਮੈਲ ਦੇ ਨਾਲ ਮੈਲੇ ਹੋਏ ਹਨ। ਔਰ ਇਹ ਤੀਰਥਾਂ 'ਤੇ ਜਾ ਕੇ ਉਸ ਸਥਾਨ 'ਤੇ ਆਪਣੇ ਪਾਪਾਂ ਦੀ ਮੈਲ ਜਾਣੇ ਆਪਣੇ ਪਾਪ ਛੱਡ ਆਉਂਦੇ ਹਨ। ਔਰ ਜਿਨ੍ਹਾਂ ਪਾਪਾਂ ਦੀ ਮੈਲ ਦਾ ਕਰਕੇ ਇਹ ਕਹਿਣ ਲੱਗੇ ਕਿ ਸਾਡੇ ਤੋਂ ਇਹ ਦੁੱਖ ਪੀੜਾ ਸਹਾਰ ਨਹੀਂ ਹੁੰਦੀ, ਇਹ ਕਿਸੇ ਨਾ ਕਿਸੇ ਮਹਾਂਪੁਰਖ ਦੀ ਧੂੜੀ ਨੂੰ ਚਾਹੁੰਦੇ ਹਨ। ਜਦ ਕੋਈ ਮਹਾਂਪੁਰਖ ਤੱਤ ਵੇਤੇ ਇਹਨਾਂ ਤੀਰਥਾਂ 'ਤੇ ਆਪਣੇ ਚਰਨ ਪਾਉਂਦੇ ਹਨ ਤੇ ਤੀਰਥਾਂ ਨੂੰ ਵੀ ਸ਼ੁੱਧੀ ਪਵਿੱਤਰਤਾ ਮਿਲਦੀ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਬਚਨ ਹਨ, ਗੰਗਾ ਜਮਨਾ ਗੋਦਾਵਰੀ ਸਰਸਵਤੀ ਕੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲ ਬਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਤੀਰਥਾਂ ਦੇ ਅਭਿਮਾਨੀ ਦੇਵਤਾ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਕਦੇ ਇਸ ਤੀਰਥ ਸਥਾਨਾਂ 'ਤੇ ਆ ਕੇ ਵੀ ਚਰਨ ਪਾਓ ਅਤੇ ਸਾਨੂੰ ਵੀ ਸ਼ੁੱਧੀ ਅਤੇ ਪਵਿੱਤਰਤਾ ਬਖਸ਼ ਦੇਵੋ। ਤਾਂ ਗੁਰੂ ਮਹਾਰਾਜ ਜੀ ਸਭ ਕੁਝ ਜਾਣੀ ਜਾਣ ਸਨ। ਗੁਰਸਿੱਖ ਸੰਗਤਾਂ ਦੇ ਵਿੱਚ ਬਚਨ ਕਰਦੇ ਹਨ ਕਿ ਭਾਈ ਅਸੀਂ ਤੀਰਥ ਯਾਤਰਾ ਦੇ ਵਾਸਤੇ ਜਾਣਾ ਚਾਹੁੰਦੇ ਹਾਂ, ਸਾਡੇ ਮਨ ਦਾ ਖਿਆਲ ਹੈ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਇਸ ਤੀਰਥ ਯਾਤਰਾ ਦੇ ਬਹਾਨੇ ਇੱਕ ਤੇ ਤੀਰਥਾਂ ਦੇ ਅਭਿਮਾਨੀ ਦੇਵਤਾ ਇਹਨਾਂ ਨੂੰ ਸ਼ੁੱਧੀ ਪਵਿੱਤਰਤਾ ਦੇਣੀ
ਦੂਸਰੀ ਹੋਰ ਬੜੇ ਜੀਵਾਂ ਦੀ ਕਲਿਆਣ ਕਰਨ ਦੇ ਵਾਸਤੇ ਇਹ ਤੀਰਥਾਂ ਦਾ ਬਹਾਨਾ ਲੈ ਕੇ ਚੱਲੇ ਹਨ ਕਿ ਅਸੀਂ ਤੀਰਥ ਯਾਤਰਾ ਕਰਨ ਚੱਲੇ ਹਾਂ। ਤਾਂ ਜਦ ਸਿੱਖ ਸੰਗਤਾਂ ਦੇ ਵਿੱਚ ਇਹ ਸੁਣਾ ਦਿੱਤਾ ਗਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉੱਥੇ ਰਹਿਣ ਵਾਲੇ ਗੁਰਸਿੱਖ, ਇਹਨਾਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਪ੍ਰਸੰਨਤਾ ਹੋਈ ਕਿ ਅਸੀਂ ਗੁਰੂ ਮਹਾਰਾਜ ਜੀਆਂ ਦੇ ਨਾਲ ਚੱਲ ਕੇ ਤੀਰਥ ਯਾਤਰਾ ਕਰਾਂਗੇ। ਹੋਰ ਦੂਰ ਦਰੇਡਿਆਂ ਤੱਕ ਵੀ ਇਹ ਖਬਰਾਂ ਪਹੁੰਚ ਜਾਂਦੀਆਂ ਹਨ। ਦੂਰ ਦਰੇਡਿਆਂ ਤੋਂ ਵੀ ਬੜੇ ਪ੍ਰੇਮੀ ਗੁਰਮੁਖ ਆ ਕੇ ਚਰਨਾਂ 'ਚ ਨਮਸਕਾਰ ਕਰਦੇ ਹਨ, ਸਤਿਗੁਰਾਂ ਦੇ ਪਾਸ ਪਹੁੰਚਦੇ ਹਨ। ਔਰ ਬਹੁਤ ਸਾਰੇ ਸਨਾਤਨ ਮਤ ਦੇ ਇਹ ਵੀ ਸਤਿਗੁਰਾਂ ਦੇ ਪਾਸ ਹੀ ਆਉਂਦੇ ਹਨ ਕਿ ਸਤਿਗੁਰੂ ਤੀਰਥ ਯਾਤਰਾ ਨੂੰ ਚੱਲੇ ਹਨ, ਇਸ ਬਹਾਨੇ ਦੇ ਨਾਲ ਸਾਨੂੰ ਵੀ ਤੀਰਥ ਯਾਤਰਾ ਕਰਨੀ ਬੜੀ ਆਸਾਨ ਹੋ ਜਾਵੇਗੀ ਕਿ ਸਤਿਗੁਰਾਂ ਦੇ ਨਾਲ ਜਾਵਾਂਗੇ। ਫਿਰ ਜੋ ਮੁਗਲ ਬਾਦਸ਼ਾਹ ਦੇ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਵੱਡੇ ਤੀਰਥਾਂ ਦੇ ਉੱਪਰ ਜੀਜੀਆ ਟੈਕਸ ਲਗਾਇਆ ਜਾਂਦਾ ਸੀ ਨਾ, ਇਹ ਸੋਚਦੇ ਹਨ ਹੁਣ ਸਨਾਤਨ ਮਤ ਦੇ ਕਿ ਦੇਖੋ ਅਸੀਂ ਆਪਣੇ ਤੀਰਥਾਂ ਦੇ ਉੱਪਰ ਜਾ ਕੇ ਇਉਂ ਯਾਤਰਾ ਕਰ ਸਕਾਂਗੇ, ਦਰਸ਼ਨ ਮੇਲੇ ਕਰ ਸਕਾਂਗੇ, ਸਤਿਗੁਰਾਂ ਦੇ ਨਾਲ ਜਾਵਾਂਗੇ ਤੇ ਸਾਨੂੰ ਕੋਈ ਜੀਜੀਆ ਟੈਕਸ ਆਦਿ ਵੀ ਨਹੀਂ ਭਰਨਾ ਪਵੇਗਾ। ਤਾਂ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਇਕੱਠ ਸਤਿਗੁਰਾਂ ਦੇ ਪਾਸ ਜੁੜ ਜਾਂਦਾ ਹੈ। ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਚੱਲ ਪੈਂਦੇ ਹਨ। ਅੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਨ। ਹਰ ਪਿੱਛੇ ਬੇਅੰਤ ਸਿੱਖ ਸੰਗਤਾਂ ਦਾ ਇਕੱਠ ਹੈ। ਬਿਆਸਾ ਦਰਿਆ ਨੂੰ ਲੰਘ ਗਏ ਹਨ। ਚਲਦੇ ਸਤਲੁਜ ਦਰਿਆ ਇੱਥੇ ਪਹੁੰਚਦੇ ਹਨ। ਇੱਥੇ ਇਸ਼ਨਾਨ ਪਾਣ ਆਦਿ ਕਰਨ ਤੋਂ ਬਾਅਦ ਫਿਰ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਸਤਲੁਜ ਦਰਿਆ ਨੂੰ ਵੀ ਪਾਰ ਕੀਤਾ ਜਾਂਦਾ ਹੈ। ਤਾਂ ਇਉਂ ਚਲਦੇ ਪਿਹੋਏ ਨਾਮ ਦੇ ਅਸਥਾਨ ਤੀਰਥ ਦੇ ਉੱਤੇ ਪਹੁੰਚ ਜਾਂਦੇ ਹਨ, ਜਿੱਥੇ ਸਰਸਵਤੀ ਨਦੀ ਦਾ ਡੂੰਘਾ ਜਲ ਵਹਿੰਦਾ ਹੈ, ਚੱਲਦਾ ਹੈ। ਇਸ ਅਸਥਾਨ 'ਤੇ ਜੋ ਤੀਰਥ ਹੈ ਇਹ ਵੀ ਸਨਾਤਨ ਮਤ ਦਾ ਵੱਡਾ ਤੀਰਥ ਮੰਨਿਆ ਜਾਂਦਾ। ਤੇ ਇੱਥੇ ਸਤਿਗੁਰੂ ਮਹਾਰਾਜ ਪਹੁੰਚੇ ਤਾਂ ਸਤਿਗੁਰਾਂ ਦਾ ਡੇਰਾ ਲਗਾ ਦਿੱਤਾ ਗਿਆ, ਸੁੰਦਰ ਪਲੰਘਾ ਸਜਾ ਦਿੱਤਾ ਗਿਆ। ਸਤਿਗੁਰੂ ਵਿਰਾਜਮਾਨ ਹੋਏ। ਸਮੂਹ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਹਨ। ਤਾਂ ਇਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ ਜੋ ਤੀਰਥ ਹੈ ਇਸ ਦੀ ਬੜੀ ਮਹਿਮਾ ਇਸ ਤਰ੍ਹਾਂ ਦੇ ਨਾਲ ਸਨਾਤਨ ਮਤ ਦੇ ਵਿੱਚ ਮੰਨੀ ਜਾਂਦੀ ਹੈ। ਕਿਰਪਾ ਕਰਕੇ ਇਸ ਦੇ ਬਾਰੇ ਵੀ ਸਾਨੂੰ ਦੱਸਣਾ ਕਰੋ ਕਿ ਇਹ ਤੀਰਥ ਕਿਵੇਂ ਪਵਿੱਤਰ ਹੈ, ਕਿਵੇਂ ਇਸ ਤੀਰਥ ਦੀ ਮਹਿਮਾ ਹੈ, ਕੀ ਇਤਿਹਾਸ ਹੈ ਇਸ ਤੀਰਥ ਦਾ। ਤਾਂ ਸਤਿਗੁਰੂ ਮਹਾਰਾਜ ਦੱਸਣ ਲੱਗੇ ਕਿ ਪਿਛਲੇ ਯੁੱਗਾਂ ਤੋਂ ਲੈ ਕੇ ਹੀ ਇਸ ਤੀਰਥ, ਇਸ ਸਰਸਵਤੀ ਨਦੀ ਦੇ ਕਿਨਾਰੇ ਬੜੇ ਰਿਸ਼ੀ ਮੁਨੀ ਸਾਧੂ ਮਹਾਤਮਾ ਰਿਹਾ ਕਰਦੇ ਸਨ। ਇਹਨਾਂ ਨੇ ਬੜੇ ਲੰਮੇ ਸਮੇਂ ਤੱਕ ਬੰਦਗੀ ਆਦਿ ਤਪੱਸਿਆ ਆਦਿ ਇਸ ਅਸਥਾਨ 'ਤੇ ਕੀਤੀ। ਇੱਕ ਸਮੇਂ ਦੀ ਵਿਚਾਰ ਕਿ ਪੱਛਮ ਦੀ ਵਾਹੀ ਦੇ ਵੱਲੋਂ ਇੱਕ ਰਿਸ਼ੀਆਂ ਮੁਨੀਆਂ ਦੀ ਮੰਡਲੀ ਆਈ। ਉਸ ਮੰਡਲੀ ਨੇ ਆ ਕੇ ਇਹ ਖਿਆਲ ਕੀਤਾ ਸੀ ਕਿ ਅਸੀਂ ਵੀ ਉਸ ਤੀਰਥ 'ਤੇ ਆ ਕੇ ਉਸ ਨਦੀ ਦੇ ਕਿਨਾਰੇ ਉੱਥੇ ਜਾ ਕੇ ਤਪੱਸਿਆ ਆਦਿ ਕਰਾਂਗੇ, ਲੰਮਾ ਸਮਾਂ ਉੱਥੇ ਤਪੱਸਿਆ ਆਦਿ ਕਰਕੇ ਗੁਜ਼ਾਰਨਾ ਕਰਾਂਗੇ। ਜਦ ਆਏ ਉਹਨਾਂ ਨੇ ਦੇਖਿਆ ਇੱਥੇ ਰਿਸ਼ੀਆਂ ਮੁਨੀਆਂ ਦਾ ਇੰਨਾ ਇਕੱਠ ਹੈ ਕਿ ਇਹਨਾਂ ਨੂੰ ਬੈਠਣ ਦੇ ਲਈ ਜਗ੍ਹਾ ਵੀ ਨਹੀਂ ਪ੍ਰਾਪਤ ਹੋਈ। ਦੂਰ ਤੱਕ ਜਦ ਜਗ੍ਹਾ ਪ੍ਰਾਪਤ ਨਾ ਹੋਈ, 48 ਕੋਹ ਦੇ ਵਿੱਚ ਇਹਨਾਂ ਨੇ ਫਿਰ ਤੁਰ ਕੇ ਦੇਖ ਲਿਆ, ਕਿਤੇ ਤੇ ਰਿਸ਼ੀਆਂ ਮੁਨੀਆਂ ਦੇ ਇਕੱਠ ਹਨ, ਕਿਤੇ ਬੈਠਣ ਨੂੰ ਹੀ ਜਗ੍ਹਾ ਨਹੀਂ ਹੈ, ਬੈਠਣ ਦੇ ਵਾਸਤੇ ਸੋਹਣਾ ਟਿਕਾਣਾ ਨਹੀਂ ਹੈ। ਇਹਨਾਂ ਨੇ 48 ਕੋਹ ਦੇ ਵਿੱਚ ਫਿਰ ਤੁਰ ਕੇ ਇਸ ਤਰ੍ਹਾਂ ਦੇਖਣਾ ਕੀਤਾ। ਤਾਂ ਆਖਰਕਾਰ ਇਹਨਾਂ ਨੇ ਸਰਸਵਤੀ ਦੇਵੀ ਜਾਣੀ ਉਸ ਤੀਰਥ ਦੇ ਅਭਿਮਾਨੀ ਦੇਵਤਾ, ਉਸ ਨੂੰ ਆਰਾਧਨਾ ਕੀਤਾ, ਯਾਦ ਕੀਤਾ ਤੇ ਉਹ ਦੇਵੀ ਪ੍ਰਗਟ ਹੋ ਜਾਂਦੀ ਹੈ। ਦੇਵੀ ਪ੍ਰਗਟ ਹੋ ਜਾਂਦੀ ਹੈ ਅਤੇ ਇਹਨਾਂ ਦੇ ਨਾਲ ਬਚਨ ਵਿਲਾਸ ਕਰਦੀ ਹੈ ਕਿ ਇਹ ਭਗਤੋ, ਰਿਸ਼ੀਓ, ਸਾਧੂਓ, ਤੁਸੀਂ ਕੀ ਚਾਹੁੰਦੇ ਹੋ। ਤਾਂ ਇਹਨਾਂ ਬੇਨਤੀ ਕੀਤੀ, ਕਹਿਣ ਲੱਗੇ, ਦੇਵੀ, ਅਸੀਂ ਇਹ ਖਿਆਲ ਕਰਕੇ ਆਏ ਸੀ ਕਿ ਇਸ ਅਸਥਾਨ 'ਤੇ ਲੰਮਾ ਸਮਾਂ ਬੰਦਗੀ ਦੇ ਵਿੱਚ, ਤਪੱਸਿਆ ਦੇ ਵਿੱਚ ਗੁਜ਼ਾਰਾਂਗੇ, ਪਰ ਇਸ ਅਸਥਾਨ 'ਤੇ ਸਾਨੂੰ ਬੈਠਣ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਹੈ।
ਤੁਸੀਂ ਕਿਰਪਾ ਕਰਕੇ ਸਾਨੂੰ ਇਸ ਅਸਥਾਨ 'ਤੇ ਬੈਠਣ ਦੀ ਜੋ ਜਗ੍ਹਾ ਦਿਓ। ਤਾਂ ਇਹਨਾਂ ਦੀ ਬੇਨਤੀ ਨੂੰ ਮੰਨ ਕੇ ਉਸ ਸਰਸਵਤੀ ਦੇਵੀ ਨੇ ਆਪਣਾ ਪ੍ਰਵਾਹ ਸੀ ਜੋ ਜਲ ਦਾ, ਇਸ ਨੂੰ 2 ਕੋ ਪਿੱਛੇ ਹਟਾ ਲਿਆ ਹੈ। 2 ਕੋ ਪਿੱਛੇ ਹਟਾ ਲਿਆ ਤੇ ਇਹਨਾਂ ਦੇ ਬੈਠਣ ਦੇ ਵਾਸਤੇ ਕਾਫੀ ਲੰਮੀ ਚੌੜੀ ਜਗ੍ਹਾ ਮਿਲ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਤੀਰਥ ਦੇ ਇਤਿਹਾਸ ਦੇ ਬਾਰੇ ਵੀ ਦੱਸਣਾ ਕੀਤਾ। ਇੱਥੇ ਵੀ ਸਮੂਹ ਸਿੱਖ ਸੰਗਤਾਂ ਨੇ ਸਭਨਾਂ ਨੇ ਇਸ਼ਨਾਨ ਪਾਣ ਕੀਤਾ। ਭਾਵੇਂ ਹੁਣ ਜੋ ਸਤਿਗੁਰੂ ਮਹਾਰਾਜ ਜੀਆਂ ਦਾ ਇਹਨਾਂ ਤੀਰਥਾਂ 'ਤੇ ਇਸ਼ਨਾਨ ਕਰਨਾ ਸੀ ਜਾਂ ਗੁਰਸਿੱਖਾਂ ਦਾ ਇਸ਼ਨਾਨ ਕਰਨਾ ਸੀ, ਉਹ ਜਿਸ ਤਰ੍ਹਾਂ ਸਨਾਤਨ ਮਤ ਦੇ ਮੰਨਦੇ ਹਨ ਕਿ ਮੁਕਤੀ ਪ੍ਰਾਪਤ ਕਰਨ ਵਾਸਤੇ ਤੀਰਥਾਂ ਦੇ ਇਸ਼ਨਾਨ ਅਤੇ ਪੁੰਨਦਾਨ ਆਦਿ ਕਰਨੇ, ਇਹ ਗੁਰੂ ਮਹਾਰਾਜ ਜੀਆਂ ਦਾ ਨਹੀਂ ਜਾਂ ਗੁਰਸਿੱਖਾਂ ਦਾ ਖਿਆਲ ਨਹੀਂ ਸੀ। ਸਤਿਗੁਰਾਂ ਦਾ ਖਿਆਲ ਤੇ ਇਹ ਸੀ ਕਿ ਇਹ ਤੀਰਥਾਂ ਦੀ ਬੇਨਤੀ ਨੂੰ ਮੰਨ ਕੇ ਇੱਥੇ ਚਰਨ ਪਾ ਕੇ ਪਵਿੱਤਰ ਕੀਤੇ ਜਾਣ। ਕਲਯੁਗੀ ਜੀਵਾਂ ਦੇ ਪਾਪਾਂ ਦੀ ਮੈਲ ਇਹਨਾਂ ਦੇ ਵਿੱਚ ਭਰੀ ਪਈ ਉਹ ਦੂਰ ਹੋ ਜਾਵੇ। ਔਰ ਗੁਰਸਿੱਖਾਂ ਦਾ ਖਿਆਲ ਇਹ ਸੀ ਕਿ ਉਹ ਹਰ ਰੋਜ਼ ਆਪਣੇ ਨਿਤ ਦੇ ਨੇਮ ਦੇ ਅਨੁਸਾਰ ਜਿੱਥੇ ਵੀ ਰਾਤਰੀ ਗੁਜ਼ਾਰਨੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਿਆ ਹੀ ਕਰਦੇ ਸਨ। ਫਿਰ ਇਕਾਂਤ ਦੇ ਵਿੱਚ ਬੈਠ ਕੇ ਰੱਬ ਦੀ ਬੰਦਗੀ ਦੇ ਵਿੱਚ ਜੁੜਿਆ ਕਰਦੇ ਸਨ ਤੇ ਉਹਨਾਂ ਨੇ ਤੇ ਆਪਣੇ ਨਿਤ ਨਿਯਮ ਦੇ ਅਨੁਸਾਰ ਇਸ਼ਨਾਨ ਪਾਣ ਆਦਿ ਕਰਨਾ ਹੀ ਹੁੰਦਾ ਸੀ। ਤਾਂ ਸਤਿਗੁਰੂ ਮਹਾਰਾਜ ਜੀ ਇਸ ਅਸਥਾਨ ਦੇ ਬਾਰੇ ਹੋਰ ਦੱਸਣਾ ਕਰਦੇ ਹਨ ਕਿ ਦੇਖੋ, ਇਹਨਾਂ ਹੀ ਰਿਸ਼ੀਆਂ ਮੁਨੀਆਂ ਦੇ ਵਿੱਚ ਬੜੇ ਵੱਡੇ ਵੱਡੇ ਵਿਸ਼ਵਾਮਿੱਤਰ ਵਰਗੇ ਹੋਰ ਬੜੇ ਵੱਡੇ ਰਿਸ਼ੀ ਮੁਨੀ ਹੋਏ ਹਨ, ਜਿਨ੍ਹਾਂ ਦੀ ਕਥਾ ਕਹਾਣੀ ਕਹਿਣੀ ਤੇ ਬੜੀ ਮੁਹਾਲ ਹੈ। ਪਰ ਇਹਨਾਂ ਦੇ ਵਿੱਚੋਂ ਇੱਕੋ ਇੱਕ ਮੰਕਨ ਨਾਮ ਦਾ ਮੁਨੀ ਰਿਸ਼ੀ, ਜਿਸ ਦੇ ਬਾਰੇ ਅਸੀਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਇਸ ਮੰਕਨ ਰਿਸ਼ੀ ਦੇ ਬਾਰੇ ਦੱਸਣਾ ਕਰਦੇ ਹਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਮਹਾ ਬਿਖਮ ਤਵ ਘਾਲਿਓ ਤਾਹੂ। ਮੰਕਨ ਨਾਮ ਦਾ ਰਿਸ਼ੀ ਸੀ ਜੋ ਉਸਨੇ ਵੀ ਇਸ ਤੀਰਥ ਦੇ ਅਸਥਾਨ ਤੇ ਬੜਾ ਲੰਮਾ ਸਮਾਂ ਬੜਾ ਕਠਨ ਤਪ ਕੀਤਾ। ਤੀਰ ਸਰਸਵਤੀ ਕੇਰ ਪਰਵਾਹੂ। ਇਹ ਸਰਸਵਤੀ ਨਦੀ ਦੇ ਕਿਨਾਰੇ ਤੇ ਸਰਸਤੀ ਨਦੀ ਦੇ ਕਿਨਾਰੇ ਤੇ ਕਹਿਣ ਲੱਗੇ ਬੜਾ ਲੰਮਾ ਸਮਾਂ ਹਠ ਯੋਗ ਕੀਤਾ। ਛੋਦਾ ਤਿਰਖਾ ਸੇ ਕਠਨ ਕਰਾਲਾ। ਆਪਣੇ ਸਰੀਰ ਦੇ ਉੱਤੇ ਬਹੁਤ ਸਾਰੀ ਭੁੱਖਾ ਪਿਆਸ ਝੱਲਣਾ ਕੀਤੀ ਕਿ ਲੰਮੇ ਸਮੇਂ ਤੱਕ ਇਸ ਸਥਾਨ ਤੇ ਤਪ ਆਦਿ ਕਰਦੇ ਰਹਿਣਾ। ਖਾਣ ਪੀਣ ਦੇ ਵਾਸਤੇ ਬੜੇ ਕਿੰਨੇ ਸਮੇਂ ਤੋਂ ਜਾਣੇ ਕਿੰਨਾ ਸਮਾਂ ਭੁੱਖ ਰਹਿ ਕੇ ਬੜੀ ਭਾਰੀ ਭੁੱਖ ਸਹਿਣਾ ਕੀਤੀ ਔਰ ਪਿਆਸ ਸਹਿਣਾ ਕੀਤੀ। ਇਉਂ ਕਰਕੇ ਕਠਨ ਤਪ ਕਰਨਾ ਕੀਤਾ। ਬਰਖਾ ਸੀਤ ਉਸਨ ਤਨ ਚਾਲਾ। ਹੁਣ ਤਪੱਸਿਆ ਕਰਨ ਦੇ ਸਮੇਂ ਬਹੁਤ ਲੰਮਾ ਸਮਾਂ ਜਦ ਇਹਨਾਂ ਸਥਾਨਾਂ 'ਤੇ ਤਪੱਸਿਆ ਆਦਿ ਕਰਨੀ ਹੋਵੇ, ਸਾਧੂ ਮਹਾਤਮਾ ਫਕੀਰ ਆਦਿ ਜਾਂ ਜੰਗਲਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਤਪ ਆਦਿ ਕਰਿਆ ਕਰਦੇ ਸਨ। ਤੇ ਇਹਨਾਂ ਸਾਰਿਆਂ ਨੂੰ ਇਹਨਾਂ 'ਤੇ ਚੱਲਣਾ ਹੀ ਪੈਂਦਾ ਸੀ। ਮੁਸ਼ਕਲਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਸੀ ਕਿ ਭੁੱਖ ਪਿਆਸ ਦਾ, ਫਿਰ ਜੋ ਹੈ ਕਿ ਠੰਡ ਗਰਮੀ ਦਾ। ਠੰਡ ਦੇ ਸਮੇਂ ਕੜਾਕੇ ਦੀ ਠੰਡ ਪੈਣ ਲੱਗ ਜਾਂਦੀ ਤੇ ਉਸ ਸਮੇਂ ਵੀ ਇਹਨਾਂ ਦੇ ਪਾਸ ਤੇ ਕਿਹੜੇ ਮੋਟੇ ਵਸਤਰ ਹੋਇਆ ਕਰਦੇ ਸਨ ਕਿ ਜਿਨ੍ਹਾਂ ਨੂੰ ਓੜ ਕੇ ਆਪਣੀ ਸਰਦੀ ਦੂਰ ਕਰ ਲਿਆ ਕਰਦੇ। ਇਹ ਆਪਣੇ ਸਰੀਰ 'ਤੇ ਹੱਠ ਧਾਰ ਕੇ ਤਪੱਸਿਆ ਨੂੰ ਮੁੱਖ ਰੱਖ ਕੇ ਇਹ ਬੜੀ ਸਰਦੀ ਨੂੰ ਵੀ ਝੱਲਿਆ ਕਰਦੇ ਤੇ ਬੜੀ ਸਖਤ ਗਰਮੀ ਨੂੰ ਵੀ ਆਪਣੇ ਸਰੀਰ 'ਤੇ ਝੱਲਿਆ ਕਰਦੇ। ਸਖਤ ਗਰਮੀ ਦੇ ਸਮੇਂ ਵੀ ਉਸੇ ਤਰ੍ਹਾਂ ਤਪੱਸਿਆ ਦੇ ਵਿੱਚ ਲੱਗੇ ਰਹਿੰਦੇ ਸਨ। ਇਹ ਮੰਕਨ ਨਾਮ ਦਾ ਰਿਸ਼ੀ, ਇਸ ਨੇ ਵੀ ਆਪਣੇ ਸਰੀਰ ਦੇ ਉੱਤੇ ਬੜੀ ਠੰਡ ਅਤੇ ਬੜੀ ਗਰਮੀ ਵੀ ਝੱਲਣਾ ਕੀਤੀ। ਫਿਰ ਹੋਰ ਵਰਖਾ ਆਦਿ ਮੀਂਹ ਆਦਿ ਪੈਣ ਲੱਗ ਜਾਂਦੇ ਹਨ। ਸਭ ਕੁਝ ਆਪਣੇ ਸਰੀਰ 'ਤੇ ਸਹਿਣ ਕਰਦੇ ਹੋਏ ਮੰਕਨ ਰਿਸ਼ੀ ਨੇ ਇਸ ਤੀਰਥ ਅਸਥਾਨ 'ਤੇ
ਬੜੀ ਭਾਰੀ ਤਪੱਸਿਆ ਕੀਤੀ। ਬਹੁਤ ਬਰਖ ਐਸੋ ਤਪ ਸਾਧਿਓ। ਬੜੇ ਲੰਮੇ ਸਮੇਂ ਤੱਕ, ਕਈ ਸਾਲਾਂ ਤੱਕ ਐਸਾ ਕਠਨ ਸਾਧਨਾ ਕੀਤੀ। ਸਰਵੋਤਮ ਪਦ ਲੈਨ ਅਰਾਧਿਓ। ਅਰ ਸਰਬੋਤਮ ਪਦ ਜਾਣੇ ਸਾਰਿਆਂ ਨਾਲੋਂ ਸ੍ਰੇਸ਼ਟ ਪਦਵੀ ਪ੍ਰਾਪਤ ਕਰਨ ਦੇ ਵਾਸਤੇ ਇਹ ਮਹਾਨ ਤਪ ਕਰਨਾ ਕੀਤਾ। ਏਕ ਦਿਵਸ ਕਿਮ ਆਂਗੁਰ ਚੀਰਾ। ਇਸ ਮੰਕਨ ਨਾਮ ਦੇ ਰਿਸ਼ੀ ਦੇ ਇੱਕ ਦਿਨ ਕਹਿਣ ਲੱਗੇ ਉਂਗਲੀ ਨੂੰ ਕਿਸੇ ਤਰ੍ਹਾਂ ਦੇ ਨਾਲ ਚੀਰਾ ਆ ਜਾਂਦਾ ਹੈ। ਰੁਦਰ ਨਹੀਂ ਨਿਕਸਿਓ ਤਿਸ ਧੀਰਾ। ਮੰਕਨ ਰਿਸ਼ੀ ਦੇ ਉਂਗਲੀ ਨੂੰ ਚੀਰਾ ਆਇਆ ਤੇ ਇਸ ਉਂਗਲੀ ਦੇ ਵਿੱਚੋਂ ਖੂਨ ਨਹੀਂ ਨਿਕਲਿਆ। ਹਰਿਤ ਪੱਤਰ ਤੇ ਰਸ ਤਸ ਨਿਕਸਾ। ਤੇ ਹਰੇ ਪੱਤਿਆਂ ਦਾ ਰਸ, ਪੱਤਿਆਂ ਦਾ ਰਸ, ਜਿਸ ਤਰ੍ਹਾਂ ਇਸ ਮੰਕਨ ਨਾਮ ਦੇ ਰਿਸ਼ੀ ਨੇ ਦਰਖਤਾਂ ਦੇ ਹਰੇ ਪੱਤੇ ਸੋਤ ਕੇ ਖਾਧੇ, ਹਰੇ ਪੱਤੇ ਖਾ ਕੇ ਹੀ ਗੁਜ਼ਾਰਾ ਕੀਤਾ, ਬੜੀ ਕਠਨ ਤਪੱਸਿਆ ਕੀਤੀ। ਤਾਂ ਇਹਨੇ ਦੇਖਿਆ ਕਿ ਉਂਗਲ ਨੂੰ ਚੀਰਾ ਆ ਗਿਆ ਤੇ ਖੂਨ ਨਿਕਲਣ ਦੀ ਵਜਾਏ ਇਸ ਦੀ ਉਂਗਲੀ ਦੇ ਵਿੱਚੋਂ ਹਰਾ ਪਾਣੀ ਡਿੱਗਦਾ ਹੈ। ਤਿਸ ਕੋ ਦੇਖ ਮੁਨੀ ਬਹੁ ਬਿਗਸਾ। ਜਦ ਮੰਕਨ ਨਾਮ ਦੇ ਰਿਸ਼ੀ ਨੇ ਦੇਖਣਾ ਕੀਤਾ ਕਿ ਉਂਗਲੀ ਨੂੰ ਚੀਰਾ ਆਇਆ, ਇਸ ਦੇ ਵਿੱਚੋਂ ਖੂਨ ਨਹੀਂ ਨਿਕਲਿਆ, ਹਰੇ ਰੰਗ ਦਾ ਪਾਣੀ ਨਿਕਲਿਆ, ਤੇ ਇਹ ਦੇਖ ਕੇ ਇਹ ਮੁਨੀ ਬੜਾ ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ ਹੈ। ਐਸੋ ਤਪ ਮੈਂ ਤਪਿਓ ਵਿਸਾਲਾ। ਆਪਣੇ ਹੀ ਮਨ ਦੇ ਵਿੱਚ ਇਹ ਵਿਚਾਰ ਕਰਦਾ ਹੈ ਕਿ ਮੈਂ ਐਸਾ ਕਠਨ ਤਪ ਕਰਨਾ ਕੀਤਾ। ਜਿਸ ਤੇ ਤਨ ਮੈਂ ਰੁਦਰ ਨਾ ਚਾਲਾ। ਇਹ ਤਪੱਸਿਆ ਦੇ ਬਲ ਕਰਕੇ ਕਹਿਣ ਲੱਗੇ ਇੰਨਾ ਹੋਇਆ ਕਿ ਦੇਖੋ ਮੇਰੇ ਸਰੀਰ ਦੇ ਵਿੱਚ ਹੁਣ ਖੂਨ ਵੀ ਨਹੀਂ ਰਿਹਾ, ਕੇਵਲ ਤੇ ਕੇਵਲ ਸਰੀਰ ਦੇ ਵਿੱਚ ਹਰਾ ਪਾਣੀ ਚੱਲ ਰਿਹਾ ਹੈ। ਜਥਾ ਹਰਿਤ ਦਲ ਕੋ ਰਸ ਹੋਏ। ਜਿਸ ਤਰ੍ਹਾਂ ਹਰੇ ਪੱਤਿਆਂ ਨੂੰ ਨਿਚੋੜ ਕੇ ਜਾਂ ਰਗੜ ਕੇ ਇਹਨਾਂ ਦਾ ਪਾਣੀ ਬਣਾਇਆ ਜਾਵੇ, ਪਾਣੀ ਕੱਢਿਆ ਜਾਵੇ, ਤੇ ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਹਰੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਤੇ ਉਂਗਲੀ ਨੂੰ ਚੀਰਾ ਆਇਆ ਤੇ ਉਹੀ ਹਰਾ ਪਾਣੀ ਉਂਗਲ ਦੇ ਵਿੱਚੋਂ ਨਿਕਲਦਾ ਹੈ। ਤਥਾ ਸਰੀਰ ਬਿਖੇ ਮਮ ਜੋਏ। ਤਾਂ ਇਸ ਨੇ ਕੀ ਦੇਖਣਾ ਕੀਤਾ ਕਿ ਮੇਰੇ ਸਾਰੇ ਸਰੀਰ ਦੇ ਵਿੱਚ ਹੁਣ ਹਰਾ ਪਾਣੀ ਹੈ, ਖੂਨ ਬਿਲਕੁਲ ਖਤਮ ਹੋ ਚੁੱਕਿਆ ਹੈ। ਇਮ ਮਨ ਜਾਨ ਅਦਗ ਉਤਸ਼ਾਹ। ਜਦ ਇਸ ਤਰ੍ਹਾਂ ਦੇ ਨਾਲ ਇਸ ਮੁਨੀ ਨੇ, ਇਸ ਰਿਸ਼ੀ ਨੇ ਦੇਖਣਾ ਕੀਤਾ ਤੇ ਬਹੁਤ ਖੁਸ਼ੀ, ਬਹੁਤ ਪ੍ਰਸੰਨਤਾ ਇਸ ਦੇ ਮਨ ਵਿੱਚ ਹੋਈ। ਪਇਓ ਧਨ ਮੈਂ ਅਸ ਤਪ ਮਾ। ਇਸ ਦੀ ਕੋਈ ਖੁਸ਼ੀ ਦੀ ਹੱਦ ਨਾ ਰਹੀ। ਆਪਣੇ ਆਪ ਹੀ ਮਨ ਦੇ ਵਿੱਚ ਵਿਚਾਰਾਂ ਕਰਦਾ ਹੈ ਕਿ ਅੱਜ ਤੇ ਮੈਂ ਬੜਾ ਧਨਤਾ ਦਾ ਯੋਗ ਹੋ ਗਿਆ। ਉੱਠ ਕਰ ਲਗਿਓ ਨਾਚਬੇ ਸੋ। ਇੰਨੀ ਖੁਸ਼ੀ ਹੋਈ ਕਿ ਇਸ ਦੀ ਕੋਈ ਖੁਸ਼ੀ ਦੀ ਹੱਦ ਨਾ ਰਹੀ, ਔਰ ਖੁਸ਼ੀ ਦੇ ਵਿੱਚ ਝੂਮ ਉੱਠਿਆ ਔਰ ਨੱਚਣਾ ਸ਼ੁਰੂ ਕਰ ਦਿੰਦਾ ਹੈ। ਭੁਜਾ ਉਸਾਰਤ ਉੱਚੇ ਹੋ। ਜਦ ਨੱਚਣਾ ਸ਼ੁਰੂ ਕਰ ਦਿੰਦਾ ਖੁਸ਼ੀ ਦੇ ਵਿੱਚ, ਆਪਣੀਆਂ ਬਾਹਾਂ ਨੂੰ ਉੱਚੀਆਂ ਕਰ ਕਰਕੇ ਇਸ ਤਰ੍ਹਾਂ ਨੱਚ ਰਿਹਾ ਹੈ। ਪਾਇਨ ਕੀ ਗਤ ਕਰ ਕਰ ਨੱਚ ਹੈ। ਹੁਣ ਕਦਮ ਪੈਰ ਇਹ ਵੀ ਇਸ ਤਰ੍ਹਾਂ ਦੇ ਨਾਲ ਚੱਕਦਾ ਪੁੱਟਦਾ ਹੈ ਕਿ ਇਹ ਵਾਰ-ਵਾਰ ਇੱਧਰ ਉੱਧਰ ਨੱਚਦਾ ਹੋਇਆ ਘੁੰਮਦਾ ਦੂਰ ਦੂਰ ਤੱਕ ਫਿਰ ਰਿਹਾ ਹੈ। ਆਨੰਦ ਵਿਲੰਦ ਵਿਖੇ ਮਨ ਮਾਚੈ। ਇਸੇ ਖੁਸ਼ੀ ਦੇ ਵਿੱਚ, ਇਸੇ ਆਨੰਦ ਦੇ ਵਿੱਚ ਇੰਨਾ ਮਸਤ ਹੋਇਆ ਕਿ ਇਹ ਮੰਕਨ ਨਾਮ ਦਾ ਰਿਸ਼ੀ ਹੁਣ ਨੱਚਣ ਤੋਂ ਬਸ ਨਹੀਂ ਕਰਦਾ, ਜਾਣੇ ਨੱਚਣਾ ਹਟਦਾ ਨਹੀਂ ਹੈ, ਲਗਾਤਾਰ ਇੱਕ ਰਸ ਨੱਚ ਰਿਹਾ ਹੈ। ਤਿਸ ਕੇ ਤਪ ਪ੍ਰਭਾਵ ਕੇ ਸੰਗ। ਇਸ ਨੇ ਜੋ ਬੜੀ ਕਠਨ ਸਾਧਨਾ ਕੀਤੀ ਸੀ ਨਾ, ਗਰਮੀ ਸਰਦੀ ਆਦਿ ਝੱਲ ਕੇ, ਬਰਖਾ ਆਦਿ ਹਨੇਰੀਆਂ ਆਦਿ ਝੱਲ ਕੇ ਆਪਣੇ ਸਰੀਰ ਤੇ, ਫਿਰ ਰੋਟੀ ਆਦਿ ਇਹ ਨਾ ਖਾਧੀ, ਹਰੇ ਪੱਤੇ ਖਾ ਕੇ ਗੁਜ਼ਾਰਾ ਕੀਤਾ। ਭਾਵੇਂ ਇਸ ਦੀ ਤਪੱਸਿਆ ਬੜੀ ਕਠਨ ਸੀ, ਇਸ ਦੀ ਕਠਨ ਤਪੱਸਿਆ ਦੇ ਵੱਲ ਦੇ ਕਾਰਨ ਜਿੰਨੇ ਵੀ ਪ੍ਰithvi ਦੇ ਲੋਕ ਸੀ ਨਾ, ਜਦ ਇਹ ਮੰਕਨ ਰਿਸ਼ੀ ਨੱਚਣਾ ਸ਼ੁਰੂ ਕਰਦਾ ਹੈ, ਸਾਰੇ ਪ੍ਰithvi ਦੇ ਲੋਕ ਇਸ ਦੇ ਤਪੱਸਿਆ ਦੇ ਵੱਲ ਦੇ ਕਾਰਨ ਉਹ ਵੀ ਨੱਚਣਾ ਸ਼ੁਰੂ ਕਰ ਦਿੰਦੇ ਹਨ। ਸਭ ਜਗ ਨਾਚਨ ਲਗਿਓ ਉਮੰਗ। ਹੁਣ ਇਹ ਮੰਕਨ ਰਿਸ਼ੀ ਇੰਨੀ ਖੁਸ਼ੀ ਦੇ ਵਿੱਚ ਆਇਆ, ਨੱਚਣ ਲੱਗਿਆ, ਸਾਰਾ ਜਗਤ ਹੀ ਇਸ ਦੇ ਤਪ ਬਲ ਕਰਕੇ ਨੱਚ ਉੱਠਦਾ ਹੈ। ਭੂਲ ਗਏ ਸੁਧ ਸਭ ਵਿਵਹਾਰ। ਜਿੰਨੇ ਵੀ ਜਗਤ ਦੇ ਲੋਕ ਸੀ, ਸਾਰੇ ਆਪੋ ਆਪਣੇ ਵਿਵਹਾਰ, ਕੰਮਾਂ ਕਾਜਾਂ ਨੂੰ ਭੁੱਲ ਜਾਂਦੇ ਹਨ, ਕੰਮਾਂ ਕਾਰਾਂ ਨੂੰ ਭੁੱਲ ਜਾਂਦੇ ਹਨ, ਛੱਡ ਬੈਠਦੇ ਹਨ। ਮੰਕਨ ਰਿਸ਼ੀ ਲਗਾਤਾਰ ਨੱਚ ਰਿਹਾ ਹੈ ਤੇ ਇਸ ਦੇ ਤਪ ਬਲ ਦੇ ਨਾਲ
ਹੁਣ ਦੁਨੀਆ ਦੇ ਲੋਕ ਵੀ ਸਾਰੇ ਕੰਮ ਧੰਦੇ ਛੱਡ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ। ਨਾਚਹਿ ਸਭ ਜਗ ਅੰਗ ਸੁਧਾਰ। ਜਿਵੇਂ ਜਿਵੇਂ ਇਹ ਮੰਕਨ ਰਿਸ਼ੀ ਨੱਚ ਰਿਹਾ ਹੈ, ਇਹ ਦੁਨੀਆ ਦੇ ਲੋਕ ਵੀ ਨੱਚ ਰਹੇ ਹਨ। ਅਸ ਅਨੀਤ ਪਿਕ ਦੇਵ ਦੁਖਾਰੇ। ਜਦ ਦੇਵ ਲੋਕ ਦੇ ਵਿੱਚ ਇਸ ਗੱਲ ਦਾ ਪਤਾ ਚੱਲਿਆ ਕਿ ਇਹ ਦੁਨੀਆ ਦੇ ਵਿੱਚ ਕੀ ਖੇਲ ਵਾਪਰ ਗਈ ਹੈ, ਕਿ ਸਾਰੇ ਦੁਨੀਆ ਦੇ ਲੋਕ, ਜਗਤ ਦੇ ਲੋਕ ਨੱਚ ਰਹੇ ਹਨ, ਇਹ ਕੀ ਕਾਰਨ ਹੋ ਗਿਆ। ਸ਼ਰਨ ਸ਼ੰਭੂ ਕੀ ਸਗਲ ਸਿਧਾਰੇ। ਇਹਨਾਂ ਦੇਵਤਿਆਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਦੇਖੋ ਇਹ ਤੇ ਗੱਲ ਠੀਕ ਨਹੀਂ ਹੈ ਕਿ ਆਪਣੇ ਸਾਰੇ ਕਾਰੋਬਾਰ ਛੱਡ ਕੇ ਕੇਵਲ ਇੱਕੋ ਹੀ ਕੰਮ ਤੇ ਲੱਗੇ ਹੋਏ ਹਨ। ਤੇ ਫਿਰ ਉਹਨਾਂ ਨੇ ਜਦ ਇਸ ਗੱਲ ਦੀ ਵਿਚਾਰ ਕੀਤੀ, ਪਤਾ ਲਗਾਇਆ ਕਿ ਮੰਕਨ ਰਿਸ਼ੀ ਜਿਸ ਨੇ ਆਪਣੀ ਤਪੱਸਿਆ ਦੇ ਲਈ ਇੰਨੀ ਖੁਸ਼ੀ ਹੋਈ ਕਿ ਉਹ ਖੁਸ਼ੀ ਦੇ ਵਿੱਚ ਨੱਚ ਉੱਠਿਆ, ਇਸ ਦੇ ਤਪ ਬਲ ਦੇ ਨਾਲ ਸਾਰਾ ਜਗਤ ਨੱਚ ਉੱਠਿਆ ਹੈ, ਪਰ ਕਿਸੇ ਦੇ ਹਟਾਉਣ ਤੇ ਸਮਝਾਉਣ ਤੇ ਇਹ ਰੁਕਦਾ ਨਹੀਂ ਹੈ। ਤਾਂ ਫਿਰ ਸਾਰੇ ਦੇਵਤੇ ਇਕੱਠੇ ਹੋ ਕੇ ਸ਼ਿਵਜੀ ਭਗਵਾਨ ਦੇ ਪਾਸ ਪਹੁੰਚ ਜਾਂਦੇ ਹਨ। ਸ਼ੰਕਰ ਕਰੋ ਕਿਰਪਾ ਪਿਗ ਜਗ ਕੋ। ਤਾਂ ਸ਼ਿਵਜੀ ਭਗਵਾਨ ਦੇ ਪਾਸ ਜਾ ਕੇ ਸਾਰੇ ਦੇਵਤਿਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਭਗਵਾਨ ਜੀ ਕਿਰਪਾ ਕਰੋ ਕਿ ਇਸ ਜਗਤ ਦੀ ਹਾਲਤ ਨੂੰ ਦੇਖਣਾ ਕਰੋ। ਭੂਲ ਗਏ ਸੁਧ ਨਾਚਨ ਲਗ ਕੋ। ਹੁਣ ਸਾਰੇ ਜਗਤ ਦੇ ਲੋਕ ਇਹ ਆਪਣੀ ਸੁੱਧ ਭੁੱਲ ਚੁੱਕੇ ਹਨ। ਮੰਕਨ ਰਿਸ਼ੀ ਦੇ ਤਪ ਬਲ ਦੇ ਕਾਰਨ, ਉਸ ਦੇ ਨੱਚਣ ਦੇ ਕਾਰਨ ਸਾਰਾ ਜਗਤ ਨੱਚਣ ਦੇ ਵਿੱਚ ਲੱਗ ਗਿਆ ਹੈ। ਤੇ ਹੁਣ ਕਿਰਪਾ ਕਰੋ ਜਗਤ ਦੇ ਵਿਹਾਰੇ ਕਿਵੇਂ ਚੱਲਣਗੇ ਇਸ ਤਰ੍ਹਾਂ ਦੇ ਨਾਲ, ਤੇ ਤੁਸੀਂ ਜਾ ਕੇ ਉਸ ਨੂੰ ਰੋਕਣਾ ਕਰੋ। ਤਪ ਪ੍ਰਭਾਵ ਰਿਖ ਕੇਰ ਵਿਸਾਲਾ। ਭਾਵੇਂ ਮੰਕਨ ਰਿਸ਼ੀ ਨੇ ਬੜੀ ਤਪੱਸਿਆ ਕੀਤੀ, ਬੜੀ ਸਾਧਨ ਕੀਤੀ, ਆਪਰਨ ਤੈਨ ਹਟੇ ਇਸ ਕਾਲਾ। ਤੇ ਉਹ ਨੱਚਣ ਲੱਗਿਆ ਤੇ ਹੋਰ ਕਿਸੇ ਤੋਂ ਤੇ ਹਟ ਨਹੀਂ ਰਿਹਾ। ਕਰੋ ਉਪਾਵੋ ਆਪ ਅਬ ਕੋਈ। ਤਾਂ ਬੇਨਤੀ ਕੀਤੀ ਸ਼ਿਵਜੀ ਭਗਵਾਨ ਦੇ ਪਾਸ ਕਿ ਭਗਵਾਨ ਜੀ ਆਪ ਕੋਈ ਨਾ ਕੋਈ ਕਿਰਪਾ ਜ਼ਰੂਰ ਕਰ ਦੇਵੋ, ਜਿਸ ਤੇ ਜਗਤ ਸਥਿਰਤਾ ਹੋਈ। ਜਿਸ ਕਰਕੇ ਹੁਣ ਜਗਤ ਨੂੰ ਸਥਿਰਤਾ ਹੋਵੇ। ਇਹ ਰਿਸ਼ੀ ਦੇ ਤਰ੍ਹਾਂ ਨੱਚਣ ਲੱਗੇ ਹਨ, ਇਹ ਬੰਦ ਹੋ ਜਾਣ, ਆਪਣੇ ਕਾਰਾਂ ਵਿਹਾਰਾਂ ਦੇ ਵਿੱਚ ਲੱਗ ਜਾਣ। ਸੁਨੀ ਸੁਰਨ ਕੀ ਬਿਨੇ ਬਹਾਨੀ। ਜਦ ਸ਼ਿਵਜੀ ਭਗਵਾਨ ਨੇ ਇਹਨਾਂ ਦੀ ਬੇਨਤੀ ਸੁਣਨਾ ਕੀਤੀ, ਸ਼ੰਕਰ ਕਰੋ ਵਿਚਾਰ ਸੁਖਦਾਨੀ। ਤਾਂ ਉਸ ਟਾਈਮ ਸ਼ੰਕਰ ਭਗਵਾਨ ਨੇ ਵਿਚਾਰ ਕੀਤੀ। ਮੁਨੀ ਕੇ ਮਨ ਕੋ ਲਖ ਉਤਸ਼ਾਹ। ਇਹਨਾਂ ਨੇ ਵੀ ਜਾਣ ਲਿਆ ਕਿ ਉਸ ਮੁਨੀ ਜੋ ਮੰਕਨ ਰਿਸ਼ੀ ਹੈ ਉਹਦੇ ਮਨ ਦੀ ਕੀ ਖੁਸ਼ੀ ਹੈ। ਤਿਸੇ ਨਿਵਾਰਨ ਕੋ ਚਿਤ ਚਾਹ। ਫਿਰ ਉਸ ਦੀ ਖੁਸ਼ੀ ਦੂਰ ਕਰਨ ਦੇ ਵਾਸਤੇ, ਉਸ ਨੂੰ ਨੱਚਣਾ ਬੰਦ ਕਰਨ ਦੇ ਵਾਸਤੇ ਸ਼ੰਕਰ ਭਗਵਾਨ, ਸ਼ਿਵਜੀ ਭਗਵਾਨ ਚੱਲ ਪੈਂਦੇ ਹਨ। ਅਪਰ ਵੇਖ ਕੋ ਤਰ ਗੋਰੀਸ਼ਾ। ਸ਼ਿਵਜੀ ਭਗਵਾਨ ਨੇ ਕੀ ਕੀਤਾ ਕਿ ਆਪਣਾ ਸਰੀਰ ਦਾ ਵੇਖ ਭੇਸ਼ ਬਦਲ ਲਿਆ ਹੈ, ਆਪਣਾ ਰੂਪ ਬਦਲ ਕੇ ਹੁਣ ਮੰਕਨ ਰਿਸ਼ੀ ਦੇ ਪਾਸ ਚੱਲੇ ਹਨ। ਆਵਤ ਪਾਜੈ ਹੁਤੋ ਮੁਨੀਸ਼ਾ। ਜਿੱਥੇ ਮੁਨੀ ਹੁਣ ਸਰਸਵਤੀ ਨਦੀ ਦੇ ਕਿਨਾਰੇ ਉਸ ਸਥਾਨ ਤੇ ਨੱਚ ਰਿਹਾ ਸੀ ਨਾ, ਉਸ ਸਥਾਨ ਤੇ ਸ਼ਿਵਜੀ ਭਗਵਾਨ ਆਪਣਾ ਰੂਪ ਬਦਲ ਕੇ ਪਹੁੰਚ ਜਾਂਦੇ ਹਨ। ਨਿਕਟ ਹੋਏ ਕਰ ਬੂਜਨ ਕੀਨਾ। ਜਦ ਇਸ ਮੰਕਨ ਨਾਮ ਦੇ ਰਿਸ਼ੀ ਦੇ ਪਾਸ ਆ ਕੇ ਸਾਰੀ ਗੱਲਬਾਤ ਪੁੱਛਣਾ ਕੀਤੀ। ਕਿਉ ਨਾਚਤ ਤੇ ਕਿਆ ਚਿਤ ਚੀਨਾ। ਆ ਕੇ ਸ਼ਿਵਜੀ ਭਗਵਾਨ ਕਹਿਣ ਲੱਗੇ ਕਿ ਇਹ ਰਿਸ਼ੀ ਜੀ, ਇਹ ਮੁਨੀ ਜੀ, ਕੀ ਕਾਰਨ ਹੋਇਆ ਕਿ ਤੁਸੀਂ ਇੱਕ ਰਸ ਲਗਾਤਾਰ ਨੱਚੀ ਹੀ ਜਾ ਰਹੇ ਹੋ। ਕਿਆ ਆਸ਼ੇ ਅਸ ਤਵ ਮਨ ਹੈ। ਤੁਹਾਡੇ ਮਨ ਦਾ ਕੀ ਮਨੋਰਥ ਹੈ, ਕਿਸ ਮਨੋਰਥ ਨੂੰ ਲੈ ਕੇ ਨੱਚਣਾ ਸ਼ੁਰੂ ਕਰ ਦਿੱਤਾ, ਕੀ ਕਾਰਨ ਹੈ, ਸਾਨੂੰ ਵੀ ਦੱਸਣਾ ਕਰੋ। ਜਿਸ ਤੇ ਨਿਤ ਹੀ ਨਾਚਤ ਰਹੇ। ਹੁਣ ਕਿੰਨੇ ਦਿਨ ਹੋ ਗਏ ਤੁਸੀਂ ਲਗਾਤਾਰ ਹੀ ਨੱਚ ਰਹੇ ਹੋ, ਇਸ ਦਾ ਕਾਰਨ ਕੀ ਹੈ, ਸਾਨੂੰ ਵੀ ਜਰਾ ਦੱਸ ਦੇਵੋ। ਸੁਨ ਮੰਕਨ ਨੇ ਬਾਗ ਬਖਾਨਾ। ਤਾਂ ਮੰਕਨ ਰਿਸ਼ੀ ਨੇ ਸੁਣਿਆ ਤੇ ਉਸੇ ਟਾਈਮ ਕਹਿਣ ਲੱਗਾ, ਮੈਂ ਏਠਾਂ ਤਬ ਤਪਿਓ ਮਹਾਨਾ। ਸ਼ਿਵਜੀ ਭਗਵਾਨ ਭਾਵੇਂ ਆਪਣਾ ਰੂਪ ਬਦਲ ਕਰਕੇ ਆਏ ਸੀ, ਤਾਂ ਇਹ ਮੰਕਨ ਰਿਸ਼ੀ ਕਹਿਣ ਲੱਗਿਆ, ਦੇਖੋ ਜੀ, ਮੈਂ ਇਸ ਸਥਾਨ ਤੇ ਕਿੰਨਾ ਲੰਮਾ ਸਮਾਂ, ਕਿੰਨੇ ਸਾਲਾਂ ਦਾ ਤਪੱਸਿਆ ਕਰ ਰਿਹਾ ਸੀ। ਇੱਕ ਦਿਨ ਚੀਰ ਅੰਗੂਰੀ ਆਵਾ। ਤਾਂ ਇੱਕ ਦਿਨ ਦੀ ਵਾਰਤਾ ਕਿ ਦੇਖੋ ਹੁਣ ਇੰਨੀ ਤਪੱਸਿਆ ਕਰਦੇ ਕਰਦੇ ਇੰਨਾ ਸਮਾਂ ਬਤੀਤ ਹੋਇਆ
ਤੇ ਮੇਰੀ ਉਂਗਲੀ ਨੂੰ ਚੀਰਾ ਆ ਜਾਂਦਾ ਹੈ। ਹਰਿਤ ਪੱਤਰ ਰਸ ਸਮਨਿਕ ਸਾਵਾ। ਜਦ ਉਂਗਲੀ ਨੂੰ ਚੀਰਾ ਆਇਆ ਤੇ ਇਸ ਉਂਗਲੀ ਦੇ ਵਿੱਚੋਂ, ਸਰੀਰ ਦੇ ਵਿੱਚੋਂ ਕਹਿਣ ਲੱਗਿਆ ਹਰਾ ਪਾਣੀ ਨਿਕਲਿਆ। ਨਹੀਂ ਰੁਦਰ ਪੀਦੇ ਮਝਾਰਾ। ਤਾਂ ਕਹਿਣ ਲੱਗਿਆ ਮੈਨੂੰ ਖੁਸ਼ੀ ਹੋਵੇ ਨਾ, ਦੇਖੋ ਕਿ ਐਡੀ ਤਪੱਸਿਆ ਕੀਤੀ ਕਿ ਮੇਰੇ ਸਰੀਰ ਦੇ ਵਿੱਚੋਂ ਲਹੂ ਖੂਨ ਵੀ ਖਤਮ ਹੋ ਗਿਆ। ਮੈਂ ਪੱਤੇ ਸੂਤ ਕੇ ਖਾਧੇ ਦਰਖਤਾਂ ਦੇ, ਤੇ ਮੇਰੇ ਸਰੀਰ ਦੇ ਵਿੱਚ ਵੀ ਹੁਣ ਕੇਵਲ ਤੇ ਕੇਵਲ ਹਰਾ ਪਾਣੀ ਬਾਕੀ ਰਹਿ ਗਿਆ। ਜਾਂ ਤੇ ਭਾ ਮੁਝ ਹਰਖ ਅਪਾਰਾ। ਇਹ ਦੇਖ ਕੇ ਕਹਿਣ ਲੱਗਿਆ ਮੈਨੂੰ ਬੜੀ ਖੁਸ਼ੀ, ਬੜੀ ਪ੍ਰਸੰਨਤਾ ਹੋਈ। ਨਹੀਂ ਸਮਾਵਤ ਹੈ ਚਿਤ ਮਾਹੀ। ਇੰਨੀ ਖੁਸ਼ੀ ਹੋਈ, ਇੰਨੀ ਪ੍ਰਸੰਨਤਾ ਹੋਈ ਕਿ ਚਿੱਤ ਦੇ ਵਿੱਚ ਸਮਾ ਨਾ ਸਕੀ। ਨਾਚਤ ਰਹੋ ਹੇਤ ਲਖਿਆਹੀ। ਸ਼ਿਵ ਜੀ ਭਗਵਾਨ ਨੂੰ ਕਹਿਣ ਲੱਗੇ ਦੇਖੋ ਜੀ, ਇਹੀ ਕਾਰਨ ਹੈ ਮੇਰੇ ਨੱਚਣ ਦਾ ਕਿ ਮੇਰੇ ਮਨ ਦੇ ਵਿੱਚ ਇੰਨੀ ਖੁਸ਼ੀ ਪ੍ਰਸੰਨਤਾ ਹੈ। ਸੁਨ ਸ਼ਿਵ ਨੇ ਨਿਜ ਅੰਗੂਰੀ ਚੀਰੀ। ਤਾਂ ਸ਼ਿਵ ਜੀ ਭਗਵਾਨ ਕਹਿਣ ਲੱਗਿਆ ਵੀ ਇਹ ਤੇ ਕੋਈ ਵੱਡੀ ਗੱਲ ਨਹੀਂ ਹੈ ਨਾ, ਤੇ ਮੇਰੀ ਇਸ ਉਂਗਲੀ ਨੂੰ ਚੀਰਾ ਦੇ ਕੇ ਦੇਖਣਾ ਕੀ ਨਿਕਲਦਾ ਹੈ। ਜਦ ਸ਼ਿਵ ਜੀ ਭਗਵਾਨ ਦੀ ਉਂਗਲੀ ਨੂੰ ਚੀਰਾ ਦਿੱਤਾ ਗਿਆ ਤਾਂ ਉਸ ਟਾਈਮ ਦੇਖਣਾ ਕੀਤਾ। ਨਿਕਸੀ ਭਾਸਮ ਪਰੀ ਤਿਸ ਤੀਰੀ। ਤਾਂ ਉਸ ਟਾਈਮ ਸ਼ਿਵ ਜੀ ਭਗਵਾਨ ਦੀ ਉਂਗਲੀ ਨੂੰ ਚੀਰਾ ਆਇਆ ਤਾਂ ਇਸ ਦੇ ਵਿੱਚੋਂ ਸੁੱਕੀ ਭਸਮ, ਜਾਣੇ ਸੁੱਕੀ ਸਵਾਹ ਡਿੱਗੀ। ਤਾਂ ਇਹ ਦੇਖ ਕੇ ਹੋਰ ਵੀ ਹੈਰਾਨ ਹੋ ਗਿਆ ਮੁਨੀ। ਕਹਿਓ ਦੇਖ ਤਬ ਹੋਵਤ ਐਸੋ। ਤਾਂ ਸ਼ਿਵ ਜੀ ਭਗਵਾਨ ਕਹਿਣ ਲੱਗਿਆ ਦੇਖੋ ਰਿਸ਼ੀ ਜੀ, ਦੇਖੋ ਮੁਨੀ ਜੀ, ਇਸ ਤਰ੍ਹਾਂ ਤਪ ਹੁੰਦਾ ਹੈ। ਕਰਿਓ ਦਿਖਾਵਨ ਕੋ ਅਬ ਜੈਸੋ। ਜਿਸ ਤਰ੍ਹਾਂ ਮੈਂ ਤੁਹਾਨੂੰ ਸਾਹਮਣੇ ਦਿਖਾ ਦਿੱਤਾ। ਪਰ ਅੰਸ਼ ਕੁਛ ਨਹੀਂ ਨਾ ਤਨ ਮੈਂ। ਅਰ ਤੂੰ ਕਹਿ ਰਿਹਾ ਹੈ ਕਿ ਮੇਰੇ ਸਰੀਰ ਦੇ ਵਿੱਚ ਹਰਾ ਪਾਣੀ ਹੈ, ਖੂਨ ਨਹੀਂ ਹੈ। ਸ਼ਿਵ ਜੀ ਭਗਵਾਨ ਕਹਿਣ ਲੱਗੇ ਕਿ ਮੇਰੇ ਸਰੀਰ ਦੇ ਵਿੱਚ ਤੇ ਪਾਣੀ ਵੀ ਨਹੀਂ ਹੈ, ਕੇਵਲ ਸੁੱਕੀ ਸਵਾਹ। ਅਰ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਮੈਂ ਤਪੱਸਿਆ ਕੀਤੀ ਤਾਂ ਕਹਿਣ ਲੱਗਿਆ ਕਿ ਮੈਂ ਸਵਾਹ ਘੋਲ ਘੋਲ ਕੇ ਪੀਂਦਾ ਰਿਹਾ। ਮੇਰੇ ਸਰੀਰ ਦੇ ਵਿੱਚ ਹੁਣ ਕਹਿਣ ਲੱਗਿਆ ਪਾਣੀ ਵੀ ਨਹੀਂ ਹੈ, ਕੇਵਲ ਸੁੱਕੀ ਸਵਾਹ ਹੈ। ਮੈਨੂੰ ਇੰਨੀ ਖੁਸ਼ੀ ਤਦੇ ਵੀ ਨਹੀਂ ਹੋਈ। ਪੀਵਤ ਭਸਮ ਰਿਓ ਨਿਤ ਬਨ ਮੈਂ ਬਨਾਂ ਦੇ ਵਿੱਚ ਰਹਿੰਦਾ ਹੋਇਆ, ਜੰਗਲਾਂ ਦੇ ਵਿੱਚ ਰਹਿੰਦਾ ਹੋਇਆ ਭਸਮ ਸਵਾਹ ਘੋਲ ਘੋਲ ਕੇ ਪੀਂਦਾ ਰਿਹਾ ਸੀ। ਜਾਂ ਤੇ ਸਭ ਸਰੀਰ ਕੈ ਮਾਹੀ। ਇਸ ਕਰਕੇ ਮੇਰੇ ਸਾਰੇ ਸਰੀਰ ਦੇ ਵਿੱਚ ਬਿਨਾ ਭਸਮ ਸਰੋਣਤ ਕਿਤ ਨਾਹੀ। ਬਿਨਾ ਭਸਮ ਤੋਂ, ਬਿਨਾ ਸਵਾਹ ਤੋਂ ਹੋਰ ਕੁਝ ਵੀ ਨਹੀਂ ਹੈ। ਤੇਰੇ ਸਰੀਰ ਦੇ ਵਿੱਚ ਹਰਾ ਪਾਣੀ ਹੈ ਤੇ ਪਾਣੀ ਤੇ ਜ਼ਰੂਰ ਹੈ, ਮੇਰੇ ਸਰੀਰ ਦੇ ਵਿੱਚ ਪਾਣੀ ਵੀ ਨਹੀਂ ਰਿਹਾ, ਕੇਵਲ ਸੁੱਕੀ ਸਵਾਹ ਹੈ। ਤਉ ਨਾ ਮੁਝ ਅਸ ਆਨੰਦ ਆਵਾ। ਸ਼ਿਵ ਜੀ ਭਗਵਾਨ ਕਹਿਣ ਲੱਗਿਆ ਤੂੰ ਇੰਨੀ ਖੁਸ਼ੀ ਦੇ ਵਿੱਚ ਇੰਨੀ ਕੁ ਗੱਲ ਤੇ ਇੰਨਾ ਨੱਚਣਾ ਸ਼ੁਰੂ ਕਰ ਦਿੱਤਾ। ਮੇਰੇ ਸਰੀਰ ਦੇ ਵਿੱਚ ਤੇ ਪਾਣੀ ਵੀ ਨਹੀਂ ਹੈ, ਮੈਨੂੰ ਤਦ ਵੀ ਇੰਨੀ ਖੁਸ਼ੀ ਨਹੀਂ ਹੋਈ। ਜਸ ਤੂੰ ਦੇਖ ਹਿਰਦੇ ਗਰਬਾਵਾ। ਹੁਣ ਇੰਨੀ ਕੁ ਗੱਲ ਦੇਖ ਕੇ ਤੂੰ ਹਿਰਦੇ ਦੇ ਵਿੱਚ ਬੜਾ ਘਮੰਡ ਕਰਨ ਲੱਗਿਆ, ਬੜਾ ਮਾਣ ਕਰਨ ਲੱਗਿਆ ਹੈ। ਸੁਨੇ ਬਾਕ ਨੈਣ ਨਿਹਾਰਿਓ। ਜਦ ਮੰਕਨ ਰਿਸ਼ੀ ਨੇ ਇਸ ਤਰ੍ਹਾਂ ਦੇ ਨਾਲ ਆਪਣੀਆਂ ਅੱਖਾਂ ਦੇ ਨਾਲ ਵੀ ਦੇਖ ਲਿਆ ਕਿ ਸ਼ਿਵ ਜੀ ਭਗਵਾਨ ਦੀ ਉਂਗਲੀ ਨੂੰ ਚੀਰਾ ਆਇਆ, ਸੁੱਕੀ ਸਵਾਹ ਡਿੱਗ ਗਈ ਹੈ, ਤੇ ਆਪਣੀਆਂ ਅੱਖਾਂ ਦੇ ਨਾਲ ਵੀ ਦੇਖ ਲਿਆ, ਫਿਰ ਬਚਨ ਵਿਲਾਸ ਵੀ ਇਸ ਤਰ੍ਹਾਂ ਦੇ ਸੁਣ ਲਏ ਹਨ। ਮੁਨੀ ਮੰਕਣ ਚਿਤ ਚਾਉ ਨਿਵਾਰਿਓ। ਤੇ ਮੁਨੀ ਦੇ ਜਿਹੜੀ ਮਨ ਦੀ ਖੁਸ਼ੀ ਸੀ ਨਾ, ਜਿਸ ਮਸਤੀ ਦੇ ਵਿੱਚ ਨੱਚ ਰਿਹਾ ਸੀ, ਉਹ ਸਾਰੀ ਦੀ ਸਾਰੀ ਮਸਤੀ ਦੂਰ ਹੋ ਜਾਂਦੀ ਹੈ। ਹੁਣ ਜੇ ਉਹ ਤਪੱਸਿਆ ਆਦਿ ਕਰਨੀ ਹੈ, ਤਪੱਸਿਆ ਕਰਨੀ ਅਤੇ ਬੰਦਗੀ ਕਰਨੀ, ਪਰਮੇਸ਼ਵਰ ਦਾ ਭਜਨ ਸਿਮਰਨ ਕਰਨਾ, ਜਿਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰੂ ਕੇ ਲੰਗਰਾਂ ਆਦਿ ਦੀ ਸੇਵਾ ਕਰਨੀ, ਇਹ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਤਪੱਸਿਆ ਦੇ ਨਾਲੋਂ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਹਨ ਕਿ ਦੇਖੋ ਕੋਈ 6 ਸਾਲ ਮੁਤਵਾਤਰ ਗਰਮੀਆਂ ਸਰਦੀਆਂ ਦੇ ਵਿੱਚ ਤਪੱਸਿਆ ਕਰੇ, ਸਰਦੀ ਦੇ ਵਿੱਚ ਬੜੀ ਸਖਤ ਠੰਡ ਦੇ ਵਿੱਚ ਇਹ ਜਲ ਧਾਰੇ ਆਦਿ ਕਰਦਾ ਰਹੇ, ਸਖਤ ਗਰਮੀ ਦੇ ਵਿੱਚ ਧੂਣੀਆਂ ਆਦਿ ਤਾਪਦਾ ਰਹੇ, ਔਰ 6 ਸਾਲ ਇਸ ਤਰ੍ਹਾਂ ਕਰਦਾ ਰਹੇ। ਤਾਂ ਦੂਸਰੀ ਸਾਈਡ 'ਤੇ ਜੋ ਸੇਵਾ ਕਰਨ ਵਾਲਾ ਗੁਰੂ ਕੇ ਲੰਗਰਾਂ ਦੇ ਵਿੱਚ, ਔਰ ਸੇਵਾ ਕਰਨ ਵਾਲਾ ਕਹਿਣ ਲੱਗੇ ਉਹ 6 ਮਹੀਨੇ ਸੇਵਾ ਕਰੇ। 6 ਮਹੀਨਿਆਂ ਦਾ ਫਲ ਤਪੱਸਿਆ ਕਰਨ ਵਾਲੇ ਦੇ ਨਾਲੋਂ ਸਰੀਰ ਦੇ ਉੱਪਰ ਇੰਨੀ ਖੇਚਲ, ਜਲ ਧਾਰੇ ਜਾਂ ਧੂਣੀਆਂ ਆਦਿ ਆਪਣੀਆਂ ਇਹਨਾਂ ਦੀ ਖੇਚਲ ਝੱਲਣ ਦੇ ਬਾਵਜੂਦ ਵੀ
ਉਹਦੀ 6 ਸਾਲ ਦੀ ਤਪੱਸਿਆ ਦੇ ਨਾਲੋਂ ਤੇ ਲੰਗਰਾਂ ਆਦਿ ਦੇ ਵਿੱਚ ਸੇਵਾ ਕਰਨੀ, ਇਹ 6 ਮਹੀਨਿਆਂ ਦੀ ਸੇਵਾ ਬਹੁਤ ਵੱਡਾ ਫਲ ਰੱਖਦੀ ਹੈ ਤਪੱਸਿਆ ਦੇ ਨਾਲੋਂ। ਜਾਣੇ ਤਪੱਸਿਆ ਦੇ ਨਾਲੋਂ ਸੇਵਾ ਦਾ ਬੜਾ ਵੱਡਾ ਫਲ ਹੈ। ਸੇਵਾ ਹੈ ਜੋ ਇਹ ਤਪਾਂ ਸਿਰ ਤਪ ਹੈ। ਸਾਰੀਆਂ ਤਪੱਸਿਆ ਨਾਲੋਂ ਵੱਡਾ ਤਪ ਸੇਵਾ ਮੰਨਿਆ ਗਿਆ ਹੈ। ਤਾਂ ਕਿ ਇਹ ਸੰਤ ਜੀ ਮਹਾਰਾਜ ਇਹ ਵੀ ਦੱਸਦੇ ਹਨ ਕਿ ਜਿੱਥੇ ਹੁਣ ਤਪੱਸਿਆ ਕਰਨ ਵਾਲੇ ਦੇ ਮਨ ਦੇ ਵਿੱਚ ਤਪੱਸਿਆ ਦਾ ਮਾਣ ਹੋ ਜਾਂਦਾ ਹੈ ਕਿ ਮੈਂ ਬੜੀਆਂ ਧੂਣੀਆਂ ਤਾਪੀਆਂ ਹਨ, ਬੜੀਆਂ ਸਖਤ ਗਰਮੀ ਦੇ ਵਿੱਚ ਅਰ ਜਲ ਧਾਰੇ ਆਦਿ ਕੀਤੇ ਹਨ, ਜਾਂ ਹੋਰ ਕਿਸੇ ਵੀ ਤਰ੍ਹਾਂ ਆਪਣੇ ਸਰੀਰ 'ਤੇ ਭੁੱਖ ਪਿਆਸ ਆਦਿ ਝੱਲ ਕੇ ਤੇ ਜੋ ਤਪੱਸਿਆ ਕੀਤੀ ਹੈ ਨਾ, ਇਹਨਾਂ ਦੇ ਮਨ ਦੇ ਵਿੱਚ ਤਪੱਸਿਆ ਦਾ ਮਾਣ ਆ ਜਾਂਦਾ ਤੇ ਜ਼ਰੂਰ ਆ ਜਾਂਦਾ ਹੈ। ਫਿਰ ਜੋ ਸੇਵਾ ਕਰਨ ਵਾਲਾ ਹੈ ਇਸ ਦੇ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ। ਫਿਰ ਸੇਵਾ ਕਰਨ ਵਾਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰਾਂ ਵਿੱਚ ਸੇਵਾ ਕਰੇਗਾ ਤੇ ਫਿਰ ਕਹਿਣ ਲੱਗਿਓ ਸੇਵਾ ਕਰਕੇ ਪ੍ਰਸ਼ਾਦਾ ਪਾਣੀ ਕਿੰਨੀਆਂ ਸੰਗਤਾਂ ਨੂੰ ਛਕਾਵੇਗਾ, ਕਿੰਨਿਆਂ ਦੀ ਅਸੀਸ ਮਿਲੇਗੀ ਇਸ ਨੂੰ। ਭੁੱਖਿਆਂ ਨੂੰ ਭੋਜਨ ਛਕਾ ਦੇਣਾ ਤੇ ਇਸ ਤਰ੍ਹਾਂ ਕਰਕੇ ਪਿਆਸੇ ਨੂੰ ਪਾਣੀ ਜਲ ਛਕਾ ਦੇਣਾ, ਕਿੰਨਿਆਂ ਦੀ ਅਸੀਸ ਮਿਲੇਗੀ। ਤੇ ਤਪੱਸਿਆ ਕਰਨ ਵਾਲਾ ਕੇਵਲ ਤੇ ਕੇਵਲ ਆਪਣੇ ਸਰੀਰ 'ਤੇ ਹੀ ਕਸ਼ਟ ਚੱਲਦਾ, ਦੂਸਰੇ ਨੂੰ ਉਸ ਦਾ ਕੋਈ ਵੀ ਲਾਭ ਨਹੀਂ ਹੁੰਦਾ। ਅਰ ਤਾਂ ਤੇ ਤਪੱਸਿਆ ਦੇ ਨਾਲੋਂ ਸੇਵਾ ਦਾ ਵੱਡਾ ਫਲ ਹੈ। ਤਪੱਸਿਆ ਕਰਨ ਵਾਲੇ ਦੇ ਮਨ ਦੇ ਵਿੱਚ ਮਾਣ ਆਉਂਦਾ ਹੈ। ਹੁਣ ਇੱਧਰ ਇਹ ਮੰਕਨ ਰਿਸ਼ੀ ਦੇ ਮਨ ਦੇ ਵਿੱਚ ਇੰਨਾ ਮਾਣ ਹੋਇਆ ਸੀ ਕਿ ਦੇਖੋ ਮੈਂ ਐਡੀ ਤਪੱਸਿਆ ਕੀਤੀ ਕਿ ਮੇਰੇ ਸਰੀਰ ਦੇ ਵਿੱਚ ਹੁਣ ਖੂਨ ਵੀ ਖਤਮ ਹੋ ਗਿਆ, ਕੇਵਲ ਹਰਾ ਪਾਣੀ ਰਹਿ ਗਿਆ ਹੈ। ਤਾਂ ਸ਼ਿਵ ਜੀ ਭਗਵਾਨ ਨੇ ਆ ਕੇ ਇਸ ਦਾ ਮਾਣ ਦੂਰ ਕਰ ਦਿੱਤਾ। ਕਹਿਣ ਲੱਗੇ ਇਹ ਕੀ ਗੱਲ ਹੈ, ਮੇਰੇ ਸਰੀਰ ਨੂੰ ਉਂਗਲੀ ਨੂੰ ਚੀਰਾ ਦੇ ਸੁੱਕੀ ਸਵਾਹ ਡਿੱਗੀ। ਤਾਂ ਇਹ ਮੰਕਨ ਰਿਸ਼ੀ ਦੀ ਸਾਰੀ ਖੁਸ਼ੀ ਸਾਰੀ ਮਸਤੀ ਉਸੇ ਟਾਈਮ ਦੂਰ ਹੋ ਜਾਂਦੀ ਹੈ। ਹਟਿਓ ਨਾਚਵੇ ਤੇ ਜਗ ਸ਼ਾਂਤੀ। ਜਦ ਇਸ ਤਰ੍ਹਾਂ ਦੇ ਨਾਲ ਦੇਖਣਾ ਕੀਤਾ ਤੇ ਮੰਕਨ ਰਿਸ਼ੀ ਨੱਚਣ ਤੋਂ ਹਟ ਜਾਂਦਾ ਹੈ। ਇਸ ਪ੍ਰਕਾਰ ਮਨ ਪਏ ਸੰਗਾਤੀ। ਤਾਂ ਜਦ ਇਹ ਨੱਚਣ ਤੋਂ ਹਟ ਗਿਆ, ਇਸ ਦੇ ਤਪ ਬਲ ਦੇ ਨਾਲ ਸਾਰਾ ਜਗਤ ਨੱਚ ਉੱਠਿਆ ਸੀ। ਉਹ ਸਾਰੇ ਦਾ ਸਾਰਾ ਜਗਤ, ਸਾਰੇ ਦੇ ਸਾਰੇ ਲੋਕ ਉਹ ਵੀ ਨੱਚਣੋਂ ਬੰਦ ਹੋ ਜਾਂਦੇ ਹਨ। ਉਹ ਵੀ ਆਪਣੀ ਸੁਰਤ ਸੰਭਾਲ ਲੈਂਦੇ ਹਨ, ਆਪਣੇ ਕਾਰਾਂ ਵਿਹਾਰਾਂ ਦੇ ਵਿੱਚ ਲੱਗ ਜਾਂਦੇ ਹਨ। ਤਿਨ ਕੇ ਤਪ ਕਰਵੇ ਇਸ ਥਾਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਦੱਸਣਾ ਕੀਤਾ ਕਿ ਜਿਸ ਤਰ੍ਹਾਂ ਇਹ ਮੰਕਨ ਰਿਸ਼ੀ ਨੇ ਤਪ ਕੀਤਾ, ਹੋਰ ਬੜੇ ਵੱਡੇ ਵੱਡੇ ਤਪਸਵੀ ਇਸ ਤੀਰਥ ਤੇ ਹੋਏ ਹਨ। ਪਏ ਅਦਕ ਪਾਵਨ ਮਨ ਜਾਨ। ਬਹੁਤ ਸਾਰੇ ਸ਼ੁੱਧ ਪਵਿੱਤਰ ਮਨ ਵਾਲੇ ਉਹ ਵੀ ਇਸ ਸਥਾਨ ਤੇ ਤਪੱਸਿਆਵਾਂ ਬੰਦਗੀਆਂ ਕਰਦੇ ਰਹੇ ਹਨ। ਕਰੇ ਇਸ਼ਨਾਨ ਸੋ ਹੋਏ ਪੁਨੀਤ। ਫਿਰ ਇਸ ਸਥਾਨ ਤੇ ਸਮੇਂ ਦੇ ਅਨੁਸਾਰ ਸਿੱਖ ਸੰਗਤਾਂ ਨੇ ਵੀ ਇਸ਼ਨਾਨ ਕੀਤੇ। ਇਸ ਪ੍ਰਸੰਗ ਸੁਣ ਕੇ ਸੁਭਰੀਤ। ਜਦ ਗੁਰੂ ਮਹਾਰਾਜ ਜੀਆਂ ਤੋਂ ਪਿਹੋਵੇ ਅਸਥਾਨ ਦੇ ਤੀਰਥ ਸਰਸਵਤੀ ਦੇ ਕਿਨਾਰੇ ਇਸ ਤੀਰਥ ਦੀ ਬਾਬਤ ਜਦ ਸਿੱਖ ਸੰਗਤਾਂ ਨੇ ਸੁਣਨਾ ਕੀਤਾ, ਸੰਗਤ ਪਈ ਹਰਖ ਕਰ ਨਮੋ। ਸਤਿਗੁਰੂ ਮਹਾਰਾਜ ਜੀਆਂ ਦੇ ਪਵਿੱਤਰ ਬਚਨ ਸੁਣ ਕੇ ਸਾਰੀ ਸੰਗਤ ਬੜੀ ਖੁਸ਼ ਪ੍ਰਸੰਨ ਹੋ ਜਾਂਦੀ ਹੈ। ਸਾਰਸਵਤੀ ਮੱਜੇ ਤਿਸ ਸਮੋ। ਤਾਂ ਉਸ ਟਾਈਮ ਇਸ ਸਥਾਨ ਤੇ ਸਭਨਾਂ ਨੇ ਇਸ਼ਨਾਨ ਪਾਣ ਕੀਤਾ। ਸ੍ਰੀ ਗੁਰ ਅਮਰ ਕੀਨ ਇਸ਼ਨਾਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਵੀ ਆਪਣੇ ਚਰਨ ਪਾਏ ਔਰ ਇਸ ਤੀਰਥ ਤੇ ਇਸ਼ਨਾਨ ਕੀਤਾ। ਮਿਲੇ ਵਿਪਰ ਤਨ ਦੀਨਸ ਦਾਨ। ਫਿਰ ਵਿਪਰ ਪੰਡਿਤ ਆਦਿ ਨੂੰ ਦਾਨ ਦੇਣਾ। ਭਾਵੇਂ ਸਤਿਗੁਰੂ ਮਹਾਰਾਜ ਜੀਆਂ ਦਾ ਮਤ ਐਸਾ ਨਹੀਂ ਸੀ ਕਿ ਕੇਵਲ ਬ੍ਰਾਹਮਣਾਂ ਨੂੰ ਹੀ ਦਾਨ ਕਰਨਾ, ਜੋ ਪਹਿਲੇ ਸਮਿਆਂ ਦੇ ਰੀਤੀ ਰਿਵਾਜ ਸਨ, ਬ੍ਰਾਹਮਣਾਂ ਆਦਿ ਨੂੰ ਤੀਰਥਾਂ ਤੇ ਦਾਨ ਕੀਤਾ ਜਾਂਦਾ। ਪਰ ਗੁਰੂ ਮਹਾਰਾਜ ਜੀ ਜਦ ਇਹਨਾਂ ਤੀਰਥਾਂ ਤੇ ਜਾਂਦੇ ਤੇ ਇੱਥੇ ਜਿੰਨੇ ਵੀ ਗਰੀਬ ਗੁਰਬੇ ਹੁੰਦੇ ਸਭਨਾਂ ਨੂੰ ਖੁੱਲ੍ਹਾ ਦਾਨ ਆਦਿ ਕਰਿਆ ਕਰਦੇ ਸਨ, ਸਭਨਾਂ ਨੂੰ ਖੁੱਲ੍ਹੀ ਮਾਇਆ ਵਰਤਾਉਂਦੇ ਸਨ। ਏਕ ਨਿਸ਼ਾ ਬਸ ਤਹਾਂ ਬਿਤਾਈ। ਔਰ ਇੱਕ ਰਾਤ ਇਸ ਤੀਰਥ ਤੇ ਸਤਿਗੁਰਾਂ ਨੇ ਬਤੀਤ ਕੀਤੀ। ਉਠੇ ਪ੍ਰਾਤ ਕੀਰਤਨ ਧੁਨ ਗਾਈ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਸਤਿਗੁਰੂ ਮਹਾਰਾਜ ਜੀਆਂ ਦਾ ਜੋ ਨਿਤ ਦਾ ਨੇਮ ਸੀ ਨਾ, ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਹੀ ਨਿਤ ਦਾ ਨੇਮ ਸਤਿਗੁਰੂ ਮਹਾਰਾਜ ਜੀਆਂ ਦਾ ਇੱਥੇ ਵੀ ਜਾਣੇ ਹਰ ਇੱਕ ਸਥਾਨ ਤੇ ਹੀ ਪੂਰਾ ਉਸੇ ਤਰ੍ਹਾਂ ਹੀ ਨਿਭਦਾ ਹੈ।
ਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਸਾਵਧਾਨ ਹੁੰਦੇ ਹਨ। ਇਸ਼ਨਾਨ ਪਾਨ ਕਰਨ ਤੋਂ ਬਾਅਦ ਹੀ ਆਪਣੇ ਸੋਹੇ ਸਰੂਪ ਦੇ ਧਿਆਨ ਦੇ ਵਿੱਚ ਜੁੜ ਜਾਂਦੇ ਹਨ। ਲੰਮਾ ਸਮਾਂ ਸਮਾਧੀ ਦਾ ਆਤਮਿਕ ਆਨੰਦ ਮਾਣਦੇ ਹਨ। ਤੇ ਇਸ ਤਰ੍ਹਾਂ ਦੇ ਨਾਲ ਸਾਰੇ ਗੁਰਸਿੱਖ ਉਹ ਵੀ ਹੁਣ ਸਤਿਗੁਰੂ ਮਹਾਰਾਜ ਜੀਆਂ ਦੀ ਇਸੇ ਮਰਿਆਦਾ ਦੇ ਅਨੁਸਾਰ ਹੀ ਚੱਲਦੇ ਸਨ ਨਾ, ਉਹ ਵੀ ਅੰਮ੍ਰਿਤ ਵੇਲੇ ਸਾਵਧਾਨ ਹੋ ਜਾਂਦੇ ਹਨ, ਇਸ਼ਨਾਨ ਪਾਨ ਕਰਦੇ ਹਨ, ਉਹ ਵੀ ਨਿਰੰਕਾਰ ਦੀ ਬੰਦਗੀ ਦੇ ਵਿੱਚ ਜੁੜ ਜਾਂਦੇ ਹਨ। ਫਿਰ ਸਮਾਂ ਹੋਣ 'ਤੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ। ਕਰ ਸਨਾਨ ਸੁਖ ਮਾਨ ਕਨੇਰਾ, ਤੇ ਸਭਨਾਂ ਨੇ ਇਸ਼ਨਾਨ ਪਾਨ ਆਦਿ ਕੀਤਾ। ਕਰਿਓ ਕੂਚ ਪੁਨ ਆਗੇ ਡੇਰਾ, ਫਿਰ ਆਪਣੇ ਨਿਤ ਦੇ ਨਿਯਮ ਦੇ ਅਨੁਸਾਰ ਇਸੇ ਅਸਥਾਨ ਤੇ ਗੁਰਬਾਣੀ ਦੇ ਕੀਰਤਨ ਹੋਏ। ਸਮੇਂ ਦੇ ਅਨੁਸਾਰ ਸਤਿਗੁਰਾਂ ਇਸ ਪਿਹੋਵੇ ਦੇ ਅਸਥਾਨ ਤੋਂ, ਇਸ ਤੀਰਥ ਤੋਂ ਅੱਗੇ ਨੂੰ ਡੇਰਾ ਕੂਚ ਕਰ ਦਿੱਤਾ। ਦੋਹਰਾ ਤਹਤੇ ਪੁਨ ਆਗੇ ਚਲੇ, ਸੰਗਤ ਸਤਿਗੁਰ ਸੰਗ। ਹੁਣ ਸਤਿਗੁਰੂ ਇਸ ਤੀਰਥ ਤੋਂ ਅੱਗੇ ਨੂੰ ਚੱਲੇ ਹਨ, ਦੂਸਰੇ ਤੀਰਥ ਦੇ ਵਾਸਤੇ ਕੁਰੂਕਸ਼ੇਤਰ ਦੇ ਵੱਲ ਚੱਲੇ ਹਨ। ਤੇ ਜਦ ਸਤਿਗੁਰੂ ਮਹਾਰਾਜ ਜਾ ਰਹੇ ਹਨ, ਅੱਗੇ ਅੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਨ, ਪਿੱਛੇ ਪਿੱਛੇ ਸਮੂਹ ਸਿੱਖ ਸੰਗਤਾਂ ਔਰ ਹੋਰ ਸਨਾਤਨ ਮਤ ਦੇ ਬਹੁਤ ਸਾਰੇ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਹੀ ਪ੍ਰੇਮੀ ਆਏ ਸਨ। ਜੋਤੀ ਸਤੀ ਰਥ ਨਿਕਟ ਪਹੁੰਚੇ ਸੁਨੋ ਪ੍ਰਸੰਗ। ਇਸ ਤਰ੍ਹਾਂ ਚਲਦੇ ਚਲਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੋਤੀਸਰ ਨਾਮ ਦੇ ਤੀਰਥ ਦੇ ਉੱਪਰ ਪਹੁੰਚ ਜਾਂਦੇ ਹਨ। ਜੋ ਜੋਤੀਸਰ ਨਾਮ ਦਾ ਤੀਰਥ ਕੁਰੂਕਸ਼ੇਤਰ ਦੇ 84 ਤੀਰਥ ਮੰਨੇ ਗਏ ਹਨ ਨਾ, ਜਿਹੜੇ ਕੁਰੂਕਸ਼ੇਤਰ ਦੇ 84 ਤੀਰਥਾਂ ਦੇ ਵਿੱਚੋਂ ਇੱਕ ਇਹ ਵੀ ਵੱਡਾ ਤੀਰਥ ਮੰਨਿਆ ਗਿਆ ਹੈ, ਜੋਤੀਸਰ ਨਾਮ ਦਾ ਤੀਰਥ, ਜਿਸ ਅਸਥਾਨ 'ਤੇ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਜਾਣੇ ਅਰਜਨ ਨੂੰ ਉਪਦੇਸ਼ ਦੇ ਕੇ ਗੀਤਾ ਦਾ ਉਚਾਰਨ ਕੀਤਾ ਸੀ। ਇਹ ਜੋਤੀਸਰ ਨਾਮ ਦਾ ਤੀਰਥ ਉਹ ਸੀ ਜਿੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹ ਸਿੱਖ ਸੰਗਤਾਂ ਦੇ ਸਮੇਤ ਪਹੁੰਚ ਜਾਂਦੇ ਹਨ। ਚੌਪਈ ਕੈਰੋ ਪਾਂਡਵ ਕੋਦਲ ਭਾਰਾ, ਜਿਸ ਕੁਰੂਕਸ਼ੇਤਰ ਦੇ ਜੰਗ ਦੇ ਵਿੱਚ ਇਸ ਅਸਥਾਨ ਤੇ ਕੈਰਵਾਂ ਅਤੇ ਪਾਂਡਵਾਂ ਦਾ ਭਾਰੀ ਦਲ, ਭਾਰੀ ਸੈਨਾ ਇਕੱਠੀ ਹੋਈ ਸੀ। ਇਹਾਂ ਆਨ ਕੀਏ ਜੰਗ ਅਖਾਰਾ, ਇਸ ਅਸਥਾਨ ਤੇ ਕੁਰੂਕਸ਼ੇਤਰ ਦੇ ਸਥਾਨ ਤੇ ਵੱਡਾ ਭਾਰੀ ਜੰਗ, ਜਾਣੇ ਮਹਾਭਾਰਤ ਦਾ ਜੰਗ ਹੋਇਆ ਸੀ। ਇਕੱਠੀ 8-10 ਛੂਹਨ ਭਈ, ਇਸ ਅਸਥਾਨ ਤੇ 18 ਖੂਣੀਆਂ ਫੌਜ ਇਕੱਠੀ ਹੋਈ। ਬੜੀ ਭਾਰੀ ਗਿਣਤੀ ਦੀ ਫੌਜ ਇੱਥੇ ਇਕੱਠੀ ਹੋਈ ਸੀ। ਹੋਏ ਸਨਦ ਬਦ ਥਿਰ ਥਈ, ਜਿੰਨੀ ਵੀ ਸੈਨਾ ਸੀ ਸਭਨਾਂ ਦੇ ਪਾਸ ਬੜੇ ਫੌਲਾਦੀ ਲੋਹੇ ਦੇ ਹਥਿਆਰ ਇਸ ਤਰ੍ਹਾਂ ਦੇ ਨਾਲ ਰੱਖੇ ਹੋਏ ਸਨ। ਇੱਕ ਦਿਸ਼ ਸਪਤ ਇਕਾਦਸ ਦੁਈ, ਇੱਕ ਪਾਸੇ ਤੇ ਕਹਿਣ ਲੱਗੇ ਫੌਜ ਦੇ ਵਿੱਚ 7 ਖੂਣੀਆਂ ਫੌਜਾਂ ਇੱਕ ਪਾਸੇ ਖੜੀਆਂ ਹਨ ਔਰ ਦੂਸਰੇ ਪਾਸੇ 11 ਖੂਣੀਆਂ ਦੀ ਫੌਜ ਖੜੀ ਹੈ। ਇਸ ਥਲ ਸੋ ਮੁਕਾਬਲੇ ਹੋਈ, ਤੇ ਜਿੱਥੇ ਜੋਤੀਸਰ ਨਾਮ ਦਾ ਤੀਰਥ ਹੈ, ਇਸ ਸਥਾਨ ਤੇ ਭਾਰੀ ਇਕੱਠ ਸੈਨਾ ਦਾ ਫੌਜਾਂ ਦਾ ਜੁੜਿਆ ਹੋਇਆ ਸੀ। ਤਬ ਅਰਜਨ ਤਨ ਦੇਖ ਵਿਚਾਰਾ, ਤੇ ਉਸ ਸਮੇਂ ਤੇ ਉਸ ਟਾਈਮ ਤੇ ਜਦ ਇਹ ਮਹਾਭਾਰਤ ਦਾ ਜੰਗ ਆਰੰਭ ਹੋਣ ਲੱਗਿਆ ਹੈ, ਤੇ ਇੱਕ ਪਾਸੇ ਕੈਰਵਾਂ ਦੀ ਸੈਨਾ ਹੈ, ਇੱਕ ਪਾਸੇ ਪਾਂਡਵਾਂ ਦੀ ਸੈਨਾ ਹੈ। ਇਹਨਾਂ ਦੇ ਨਾਲ ਵੀ ਬਹੁਤ ਸਾਰੇ ਰਾਜੇ ਆ ਗਏ ਸਨ ਨਾ। ਉਧਰ ਉਹਨਾਂ ਦਾ ਚੱਕਰਵਰਤੀ ਰਾਜ ਸੀ ਦੁਰਯੋਧਨ ਆਦਿ ਦਾ, ਇਹਨਾਂ ਦੇ ਨਾਲ ਵੀ ਬੜੇ ਰਾਜੇ, ਇਹਨਾਂ ਦੀ ਬੜੀਆਂ ਫੌਜਾਂ ਸੈਨਾ ਸੀ। ਤੇ ਜਦ ਇਹ ਬਿਲਕੁਲ ਯੁੱਧ ਦੀ ਤਿਆਰੀ ਹੋ ਜਾਂਦੀ ਹੈ, ਕਿਸ ਕੋ ਕਰੇ ਹੋ ਇਹਾਂ ਸੰਘਾਰਾ, ਤਾਂ ਅਰਜਨ ਦੇਖਦਾ ਹੈ ਕਿ ਯੁੱਧ ਦੀ ਬਿਲਕੁਲ ਤਿਆਰੀ ਹੈ। ਇੱਧਰ ਵੀ ਸਾਰੇ ਸੈਨਿਕ ਫੌਜੀ ਇਹ ਯੁੱਧ ਦੇ ਲਈ ਤਿਆਰ ਖੜੇ ਹਨ, ਉਧਰਲੇ ਵੀ ਤਿਆਰ ਖੜੇ ਹਨ। ਤਾਂ ਅਰਜਨ ਇੱਧਰ ਉੱਧਰ ਜਦ ਨਿਗਾਹ ਮਾਰ ਕੇ ਦੇਖਦਾ ਹੈ ਕਿ ਇਹ ਤੇ ਮੇਰੇ ਸਾਰੇ ਹੀ ਆਪਣੇ ਸੰਬੰਧੀ ਖੜੇ ਹਨ, ਕੁਲ ਦੇ ਖੜੇ ਹਨ, ਕੋਈ ਪਿਤਾ ਪਿਤਾਮਾ ਆਦਿ ਖੜੇ ਹਨ, ਕੋਈ ਚਾਚੇ ਤਾਏ ਆਦਿ ਸਾਰੇ ਸਾਹਮਣੇ ਖੜੇ ਹਨ, ਜੋ ਸਾਡੇ ਨਾਲ ਜੰਗ ਕਰਨ ਦੇ ਲਈ ਤਿਆਰ ਹੋ ਕੇ ਆਏ ਹਨ। ਗੁਰੂ ਪਿਤਾਮਾ ਆਦਿਕ ਸਾਰੇ, ਅਰਜਨ ਨੇ ਦੇਖਣਾ ਕੀਤਾ ਕਿ ਜਿਨ੍ਹਾਂ ਦੇ ਨਾਲ ਅਸੀਂ ਜੰਗ ਕਰਨ ਆਏ ਹਾਂ, ਇਹ ਤੇ ਗੁਰੂ ਪਿਤਾਮਾ ਆਦਿ ਸਾਡੇ ਹੀ ਚਾਚੇ ਤਾਏ ਰਿਸ਼ੀ ਮੁਨੀ, ਇਹਨਾਂ ਦੇ ਵਿੱਚ ਇਹ ਵੀ ਸੀ ਨਾ ਭੀਸ਼ਮ ਪਿਤਾਮਾ ਵਰਗੇ। ਤੇ ਜਦ ਅਰਜਨ ਇਹ ਕੁਝ ਦੇਖਦਾ ਹੈ ਤੇ ਰੁਕ ਜਾਂਦਾ ਹੈ ਕਿ ਇਹਨਾਂ ਦੇ ਨਾਲ ਮੈਂ ਕਿਵੇਂ
ਹੁਣ ਜੰਗ ਕਰ ਸਕਦਾ ਹਾਂ। ਜਾਣਿਓ ਪਰ ਆਪਨ ਪਰਵਾਰੇ। ਤੇ ਅਰਜਨ ਨੇ ਦੇਖਣਾ ਕੀਤਾ ਕਿ ਇਹ ਤੇ ਆਪਣਾ ਹੀ ਪਰਿਵਾਰ ਹੈ, ਚਾਚੇ ਤਾਏ ਆਦ ਹੋਰ ਸਾਰੇ ਜਿਹੜੇ ਵੱਡੇ ਵੱਡੇ ਯੋਧੇ ਸਨ ਨਾ, ਜਰਨੈਲ ਸਨ ਉਹਨਾਂ ਦੀ ਫੌਜ ਦੇ, ਉਹ ਸਾਰੇ ਆਪਣੇ ਹੀ ਹਨ। ਤੇ ਇਸ ਤਰ੍ਹਾਂ ਦੇ ਨਾਲ ਦੇਖਿਆ ਅਰਜਨ ਨੇ ਕਿ ਮੈਂ ਇਹਨਾਂ ਦੇ ਉੱਪਰ ਕਿਵੇਂ ਸ਼ਸਤਰਾਂ ਦਾ, ਕਿਵੇਂ ਤੀਰਾਂ ਦੀ ਵਰਖਾ ਕਰ ਸਕਦਾ ਹਾਂ। ਕੁਲ ਨਾਸ਼ਕ ਕੈਸੇ ਅਬ ਹੋਵਾਂ। ਜੇ ਇਹਨਾਂ ਨੂੰ ਮਾਰਾਂਗਾ, ਆਪਣਾ ਜੰਗਾਂ ਆਪਣੇ ਤੀਰ ਚਲਾ ਕੇ, ਸ਼ਸਤਰ ਚਲਾ ਕੇ ਇਹਨਾਂ ਦਾ ਖਾਤਮਾ ਕਰਾਂਗਾ, ਅੰਤ ਕਰਾਂਗਾ, ਤੇ ਮੈਨੂੰ ਕੁਲ ਨਾਸ਼ਕ ਕਿਹਾ ਜਾਵੇਗਾ ਕਿ ਇਹਨੇ ਤੇ ਆਪਣੀ ਹੀ ਕੁਲ ਦਾ ਨਾਸ਼ ਕਰ ਦਿੱਤਾ ਹੈ, ਆਪਣਿਆਂ ਨੂੰ ਹੀ ਤੀਰ ਮਾਰ ਮਾਰ ਕੇ ਤੀਰਾਂ ਦੇ ਵਿੱਚ ਪਰੋ ਦਿੱਤਾ ਹੈ, ਵਿੰਨ ਦਿੱਤਾ ਹੈ। ਤੇ ਮੈਂ ਕੁਲ ਨਾਸ਼ਕ ਹੁਣ ਦੁਨੀਆ ਦੇ ਵਿੱਚ ਕਿਵੇਂ ਅਖਵਾ ਸਕਦਾ ਹਾਂ। ਅਰਜਨ ਇਹ ਕੁਛ ਦੇਖਦਾ ਹੋਇਆ ਜੰਗ ਕਰਨ ਤੋਂ ਰੁਕ ਜਾਂਦਾ ਹੈ। ਅਪਰ ਸ਼ਤਰੂ ਕੋ ਇਆਨਾ ਜੋਮ। ਹੋਰ ਤੇ ਕਹਿਣ ਲੱਗੇ ਸ਼ਤਰੂ ਕੋਈ ਦੁਸ਼ਮਣ ਮੈਨੂੰ ਦਿਖਾਈ ਨਹੀਂ ਦੇ ਰਿਹਾ। ਨਿਜ ਜਲ ਤੇ ਨਿਕਾਸ ਕਰ ਸੈਂਦਨ। ਤਾਂ ਜਦ ਇਸ ਤਰ੍ਹਾਂ ਦੇ ਨਾਲ ਅਰਜਨ ਜੰਗ ਕਰਨ ਤੋਂ ਰੁਕ ਜਾਂਦਾ ਹੈ ਕਿ ਮੈਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਵੀ ਜੰਗ ਨਹੀਂ ਕਰ ਸਕਦਾ, ਭਗਵਾਨ ਕ੍ਰਿਸ਼ਨ ਨੇ ਭਾਵੇਂ ਸਮਝਾਉਣਾ ਕੀਤਾ ਕਿ ਦੇਖ ਇਹੋ ਜਿਹੇ ਮੌਕੇ ਤੇ ਹੁਣ ਅਰਜਨ ਤੂੰ ਕਾਇਰ ਹੁੰਨਾ ਹੈ, ਦੁਸ਼ਮਣ ਅੱਗੇ ਖੜਾ ਹੈ, ਸ਼ਸਤਰਾਂ ਦੇ ਨਾਲ ਸੰਧਬੱਧ ਹੋਇਆ, ਉਹ ਜੰਗ ਦੇ ਲਈ ਤਿਆਰ ਖੜਾ ਹੈ, ਤੂੰ ਕਾਇਰ ਹੋ ਕੇ ਹੁਣ ਪਿੱਛੇ ਨੂੰ ਮੁੜਨਾ ਚਾਹੁੰਦਾ ਹੈ। ਤੇ ਬਹਾਦਰ ਯੋਧਿਆਂ ਦੇ ਵਾਸਤੇ, ਸੂਰਮਿਆਂ ਦੇ ਵਾਸਤੇ ਚੰਗੀ ਗੱਲ ਨਹੀਂ ਹੈ ਨਾ। ਜਾਂ ਤੇ ਪਹਿਲੇ ਨਹੀਂ ਆਉਂਦੇ ਉਹ ਤੇ ਗੱਲ ਵੱਖ ਸੀ, ਪਰ ਹੁਣ ਜੰਗ ਦੀ ਬਿਲਕੁਲ ਤਿਆਰੀ ਹੈ ਤੇ ਹੁਣ ਤੂੰ ਪਿੱਛੇ ਨੂੰ ਮੁੜਨਾ ਚਾਹੁੰਦਾ ਹੈ। ਤਾਂ ਕ੍ਰਿਸ਼ਨ ਭਗਵਾਨ ਨੇ ਦੇਖਣਾ ਕੀਤਾ ਕਿ ਅਰਜਨ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈ। ਇਸ ਥਲ ਥਿਤ ਕੀਏ ਨੰਦ ਸੋ ਨੰਦਨ। ਤਾਂ ਉਸ ਟਾਈਮ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਸਮਝਾਉਣ ਦੇ ਵਾਸਤੇ ਆਪਣੇ ਰੱਥ ਨੂੰ ਆਪਣੀ ਸੈਨਾ ਦੇ ਵਿੱਚੋਂ ਬਾਹਰ ਨਿਕਾਲ ਕੇ ਇੱਕ ਪਾਸੇ ਕੱਢ ਕੇ, ਇਹ ਜਿੱਥੇ ਜੋਤੀਸਰ ਨਾਮ ਦਾ ਤੀਰਥ ਹੈ ਨਾ, ਲਿਆ ਕੇ ਰੱਥ ਨੂੰ ਉਸ ਹੀ ਸਥਾਨ 'ਤੇ ਖੜਾ ਦਿੱਤਾ। ਕਿਉਂਕਿ ਭਗਵਾਨ ਕ੍ਰਿਸ਼ਨ ਅਰਜਨ ਦੇ ਰਥਵਾਹੀ ਸਨ। ਭਾਵੇਂ ਭਗਵਾਨ ਕ੍ਰਿਸ਼ਨ ਜੀ ਇਹਨਾਂ ਦੇ ਗੁਰੂ ਸਨ, ਅਰੇ ਮੰਨਦੇ ਸਨ ਭਗਵਾਨ ਸਨ ਇਹਨਾਂ ਦੇ, ਔਰ ਫਿਰ ਵੀ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਭਗਵਾਨ ਦੂਸਰੇ ਤਰ੍ਹਾਂ ਦੇ ਨਾਲ ਅਰਜਨ ਦੇ ਮਿੱਤਰ ਵੀ ਸਨ। ਤਾਂ ਇਹ ਭਗਵਾਨ ਕ੍ਰਿਸ਼ਨ ਜੀਆਂ ਨੂੰ ਆਪਣੇ ਮਿੱਤਰ ਵੀ, ਆਪਣੇ ਭਗਵਾਨ ਵੀ ਮੰਨਦੇ ਸਨ। ਤੇ ਭਗਵਾਨ ਕ੍ਰਿਸ਼ਨ ਜੀ ਅਰਜਨ ਦੇ ਰਥਵਾਹੀ ਸਨ। ਉਹਨਾਂ ਨੇ ਅਰਜਨ ਦੀ ਐਸੀ ਹਾਲਤ ਦੇਖੀ ਤਾਂ ਅਰਜਨ ਨੂੰ ਸਮਝਾਉਣ ਦੇ ਵਾਸਤੇ ਰੱਥ ਨੂੰ ਹੱਕ ਕੇ ਇੱਕ ਪਾਸੇ ਜੋਤੀਸਰ ਨਾਮ ਦਾ ਤੀਰਥ ਹੈ ਜਿੱਥੇ ਹੁਣ ਉਸ ਸਥਾਨ 'ਤੇ ਰੱਥ ਲਿਆ ਕੇ ਖੜਾ ਦਿੰਦੇ ਹਨ। ਆਸ਼ੇ ਅਰਜਨ ਕੋ ਜਬ ਜਾਨਾ। ਤਾਂ ਅਰਜਨ ਦਾ ਸਾਰਾ ਆਸ਼ਾ ਸਮਝ ਕੇ ਹੁਣ ਅਰਜਨ ਨੂੰ ਸਿੱਖਿਆ ਦਿੰਦੇ ਹਨ। ਕਰ ਉਪਦੇਸਿਓ ਮਨ ਗਿਆਨਾ। ਤਾਂ ਭਗਵਾਨ ਕ੍ਰਿਸ਼ਨ ਜੀਆਂ ਨੇ ਜੋਤੀਸਰ ਨਾਮ ਦੇ ਤੀਰਥ 'ਤੇ ਇਸ ਸਥਾਨ 'ਤੇ ਉਹ ਰੱਥ ਖੜਾਇਆ ਸੀ ਔਰ ਅਰਜਨ ਨੂੰ ਸਮਝਾਉਣਾ ਕੀਤਾ ਸੀ। ਜੋ ਗੀਤਾ ਆਦਿ ਦਾ ਉਚਾਰਨ ਹੋਇਆ ਨਾ, ਉਸੇ ਸਥਾਨ 'ਤੇ ਭਗਵਾਨ ਕ੍ਰਿਸ਼ਨ ਨੇ ਔਰ ਇਸ ਤਰ੍ਹਾਂ ਦੇ ਨਾਲ ਅਰਜਨ ਨੂੰ ਉਪਦੇਸ਼ ਦਿੱਤਾ, ਅਰਜਨ ਨੂੰ ਸਮਝਾਉਣਾ ਕੀਤਾ। ਤੇ ਮਹਾਭਾਰਤ ਦਾ ਜੰਗ ਇਸ ਤੋਂ ਬਾਅਦ ਆਰੰਭ ਹੋ ਜਾਂਦਾ ਹੈ। ਹੁਣ ਅੱਗੇ ਜਿਸ ਪ੍ਰਕਾਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਇਸ ਜੋਤੀਸਰ ਤੀਰਥ ਤੋਂ ਇੱਥੋਂ ਅੱਗੇ ਜਾ ਕੇ ਥਨੇਸਰ ਨਾਮ ਦੇ ਤੀਰਥ 'ਤੇ ਪਹੁੰਚਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਸ਼ੇ ਅਰਜਨ ਕੋ ਜਬ ਜਾਨਾ। ਕਰ ਉਪਦੇਸਿਓ ਮਨ ਗਿਆਨਾ। ਆਸ਼ੇ ਅਰਜਨ ਕੋ ਜਬ ਜਾਨਾ। ਕਰ ਉਪਦੇਸਿਓ ਮਨ ਗਿਆਨਾ। हे अच्युत हे पार ब्रह्म अविनाशी ਅਗਨਾਸ। हे पूਰਨ हे सर्व मैं दुख भंजन गुण ਦਾਸ। हे संगी हे निरंकार हे निर्गुण सब ਟੇਕ। हे गोबिंद हे गुण निदान जा कै ਸਦਾ सदा ਵਿਵੇਕ। हे अपरंपर हर हरे है पी होवन ਹੋਵਨ ਹਾਰ। हे
ਜੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਗੁਣ ਨਹੀਂ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੋਈਐ ਹੀਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਦੀ ਗੁਰ ਪਾਰ ਪਾਰ ਤਾਰਨ ਹਾਰ ਜੋ ਸ਼ਰਧਾ ਕਰ ਸੇਵਦੀ ਗੁਰ ਪਾਰ ਤਾਰਨ ਤਾਰਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਹਿਲਾ